नमस्कार, आदाब, सत श्री अकाल। इस खास प्रोग्राम में एक बार फिर से मैं मणिमुख शर्मा आप सबका इस्तकबाल करता हूं। इंडियन आर्मी का अग्निपथ स्कीम जो पिछले साल इंट्रोड्यूस हुआ था वो काफ़ी कंट्रोवर्शियल रहा। इस साल अभी पिछले हफ्ते पंजाब के एक सिपाही अमृतपाल सिंह उनकी मौत हो गई है, जो एक अग्निवीर थे। उसके बाद सियासत शुरू हो गई है उनकी मौत पर, क्योंकि पहले ये पॉलिटिकल पार्टीज़ ने कहना शुरू कर दिया, जो अपोजिशन पार्टीज़ हैं नॉन बीजेपी, उन लोगों ने कहना शुरू कर दिया कि इनको जो है मिलिट्री ऑनर्स नहीं दिए गए। उसके बाद आर्मी ने बताया कि ये इनकी मौत हुई है थ्रू कोट अनकोट सेल्फ इन्फ्लिक्टेड वुंड्स, यानी कि इसको सुइसाइड करार दिया गया है। इसके बाद ही पंजाब के मुख्यमंत्री भगवंत मान साहब वो खुद गए, उस फैमिली से मिले और 1 करोड़ रुपए का मुआवजा उन्होंने अनाउंस कर दिया। साथ ही साथ अमृतपाल सिंह को एक शहीद के तौर पे उन्होंने अनाउंस कर दिया है। इसके बारे में तफसील में बात करने के लिए एक बार फिर से मेरे साथ जुड़े हैं मेरे सहयोगी रितेश लकी साहब। रितेश जी, आपका बहुत बहुत स्वागत है। शुक्रिया जी। ये बहुत पहले से ही मतलब विवाद में घिरा रहा है पूरा स्कीम। एक बार फिर से जो है ये कंट्रोवर्शियल एस्पेक्ट जो हैं इसके फिर से उभर के आ गए हैं, क्योंकि एक मौत हो गई है, पहला पंजाब का डेथ हुआ है अग्निवीर का। तो जो सियासत हो रही है इसके बारे में थोड़ा सा बताइए हमें। देखो, सियासत बड़ी अनफॉर्चुनेट है, क्योंकि देखो लाशां ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਇਹ ਤਾਂ ਅਜਿਹਾ ਮਾਮਲਾ ਜਿਸ ਵਿੱਚ ਕਿ ਇੱਕ ਫੌਜੀ ਜਵਾਨ ਦੀ ਮੌਤ ਹੋਈ ਹੈ, ਇੱਕ ਨੌਜਵਾਨ ਯੁਵਾ ਜਿਹੜਾ ਕਿ ਫੌਜ ਦੇ ਵਿੱਚ ਕਈ ਸੁਪਨੇ ਲੈ ਕੇ ਗਿਆ ਸੀ। ਉਹਦਾ ਪਰਿਵਾਰ ਤੋਂ ਪੰਜਾਬ, ਹਰਿਆਣਾ, ਹਿਮਾਚਲ ਇਹ ਉਹ ਰਾਜ ਹੈਗੇ ਨੇ ਜਿੱਥੋਂ ਕਿ ਪਿੰਡਾਂ ਦੇ ਵਿੱਚ ਲੋਕ ਪਰਿਵਾਰ ਇਹ ਆਸ ਕਰਦੇ ਨੇ, ਤੇ ਲੁੱਕ ਫਾਰਵਰਡ ਕਿ ਸਾਡੇ ਬੇਟੇ ਸਾਡੇ ਬੱਚੇ ਜਿਹੜੇ ਹੈ ਫੌਜ ਦੇ ਵਿੱਚ ਜਾਣਗੇ, ਦੇਸ਼ ਦੀ ਸੇਵਾ ਕਰਨਗੇ। ਤੇ ਸਭ ਤੋਂ ਜ਼ਿਆਦਾ ਕੈਜੂਅਲਟੀ, ਸਭ ਤੋਂ ਜ਼ਿਆਦਾ ਸ਼ਹਾਦਤਾਂ ਇੱਥੇ ਹੁੰਦੀਆਂ ਨੇ। ਲੇਕਿਨ ਇਹ ਬੜਾ ਇੱਕ ਅਨਫੋਰਚੂਨੇਟ ਇੰਸੀਡੈਂਟ ਸੀ। ਇਸ ਦੇ ਵਿੱਚ ਜਿਵੇਂ ਕਿ ਫੌਜ ਨੇ ਹੁਣ ਖੁਲਾਸਾ ਕੀਤਾ ਕਿ ਇੱਕ ਆਤਮ ਹੱਤਿਆ ਦਾ ਮਾਮਲਾ ਹੋ ਸਕਦਾ ਹੈ, ਪੋਸੀਬਲ, ਕਿਉਂਕਿ ਮਾਮਲੇ ਦੀ ਇਨਵੈਸਟੀਗੇਸ਼ਨ ਹੈ, ਲੇਕਿਨ ਕਲੀਅਰ ਕਰਤਾ ਆਰਮੀ ਨੇ। ਲੇਕਿਨ ਪੰਜਾਬ ਦੇ ਚੀਫ ਮਿਨਿਸਟਰ ਪਹੁੰਚੇ ਨੇ, ਉਹਨਾਂ ਨੇ ਜਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ, ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ, ਤੇ ਉਹਨਾਂ ਨੇ ਫਿਰ ਇਸ ਮੌਕੇ ਦੇ ਉੱਤੇ 1 ਕਰੋੜ ਰੁਪਇਆ ਉਹਨਾਂ ਨੂੰ ਫੈਮਿਲੀ ਨੂੰ ਸਪੋਰਟ ਵੀ ਦਿੱਤੀ, ਜੋ ਕਿ ਵੈਲਿਡ ਹੈ। ਅੱਛੀ ਗੱਲ ਹੈ ਜੇ ਪਰਿਵਾਰ ਦੀ ਮਦਦ ਮੁੱਖ ਮੰਤਰੀ ਸਰਕਾਰ ਕਰਨਾ ਚਾਹ ਰਹੀ ਹੈ। ਲੇਕਿਨ ਹੁਣ ਜਿੱਥੇ ਜਿਹੜਾ ਸਵਾਲ ਖੜਾ ਹੋ ਰਿਹਾ ਉਹ ਇਹ ਹੋ ਰਿਹਾ ਕਿ ਇਹ ਜਿਹੜੀ ਘਟਨਾਵਾਂ ਹੁੰਦੀਆਂ ਨੇ, ਫੌਜ ਦਾ ਬੜਾ ਇੱਕ ਸਿੰਪਲ ਸੈੱਟ ਪ੍ਰੋਟੋਕੋਲ ਹੈ। ਆ ਜਿਹੜੀ ਅਗਨੀਵੀਰ ਸਕੀਮ ਜਾਂ ਕੋਈ ਵੀ ਸਕੀਮ ਹੋਵੇ ਫॉर दैट ਮੈਟਰ, ਅਗਨੀਵੀਰ ਜਿਹੜੀ ਅਗਨੀਪਥ ਸਕੀਮ ਹੈ ਜਿਸ ਦੇ ਤਹਿਤ ਅਗਨੀਵੀਰਾਂ ਨੂੰ ਰਿਕਰੂਟ ਕੀਤਾ ਜਾਂਦਾ ਹੈ। ਸ਼ਾਰਟ ਸਰਵਿਸ ਕਮਿਸ਼ਨ ਇੱਕ ਤਰੀਕੇ ਦਾ ਹੁੰਦਾ ਹੈ, ਕੁਝ ਸਾਲਾਂ ਲਈ, 5 ਸਾਲਾਂ ਲਈ ਨੌਜਵਾਨ ਫੌਜ ਦੇ ਵਿੱਚ ਭਰਤੀ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਲੀਵ ਕਰਤਾ ਜਾਂਦਾ ਹੈ। ਹੁੰਦੀ ਤਾਂ ਸ਼ਾਰਟ ਟਰਮ ਹੈ, ਲੇਕਿਨ ਨੌਜਵਾਨਾਂ ਦੇ ਮਨਾਂ ਦੇ ਵਿੱਚ ਤਾਂ ਆਸਾਂ ਉਮੀਦਾਂ ਹੁੰਦੀਆਂ ਨੇ, ਕਿਉਂਕਿ ਇਸ ਸਕੀਮ ਦਾ ਪਹਿਲਾਂ ਵੀ ਬੜਾ ਵਿਰੋਧ ਹੋਇਆ, ਇੱਕ ਕੰਟਰੋਵਰਸ਼ੀਅਲ ਸਕੀਮ ਰਹੀ ਹੈ ਸ਼ੁਰੂਆਤ ਦੇ ਵਿੱਚ ਹੀ। ਲੇਕਿਨ ਹੁਣ ਜਦੋਂ ਕੈਜੂਅਲਟੀ ਹੋ ਗਈ, ਮੌਤ ਹੋ ਗਈ, ਸਕੀਮ ਦੇ ਵਿੱਚ ਇਸ ਚੀਜ਼ ਕਲੀਅਰ ਦਿੱਤਾ ਹੋਇਆ ਵੀ 3 ਅਲੱਗ-ਅਲੱਗ XYZ ਕੈਟੇਗਰੀਜ਼ ਹੈਗੀਆਂ ਨੇ। Z ਹਾਈਐਸਟ ਕੈਟੇਗਰੀ ਹੈ ਜਦੋਂ ਤੁਸੀਂ ਐਕਸ਼ਨ ਦੇ ਵਿੱਚ ਮਾਰੇ ਜਾਂਦੇ ਹੋ, ਕੋਈ ਲੜਾਈ ਜੰਗ ਚੱਲਦੀ ਪਈ ਹੈ, ਕੋਈ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਦੇ ਵਿੱਚ ਤੁਹਾਡੀ ਕੋਈ ਭੂਮਿਕਾ ਹੈ, ਜੇ ਤੁਸੀਂ ਇਨਵੋਲਵ ਹੋ ਐਕਸ਼ਨ ਦੇ ਵਿੱਚ ਮਾਰੇ ਗਏ, Z ਹੈ। ਫਿਰ ਉਸ ਤੋਂ ਥੱਲੇ Y ਆ ਜਾਂਦੀ ਹੈ, ਜੋ ਕਿ ਸਟਿਲ ਤੁਸੀਂ ਡਿਊਟੀ ਦੇ ਉੱਤੇ ਹੋ ਤੇ ਫਿਰ ਮਾਰੇ ਜਾਂਦੇ ਹੋ। ਜੇ ਅਨਰਿਲੇਟਿਡ ਤੁਹਾਡੀ ਮੌਤ ਹੈ, ਵੀ ਜਿਸ ਨੂੰ ਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਐਕਸ਼ਨ 'ਚ ਮਾਰੇ ਗਏ ਹੋ, ਜਾਂ ਫਿਰ ਨਾਰਮਲ ਤੁਸੀਂ ਆਪਣੇ ਕਿਸੇ ਰੂਮ ਦੇ ਵਿੱਚ ਤੁਹਾਡੀ ਡੈਥ ਹੋ ਜਾਂਦੀ ਹੈ, ਉਹ ਚੀਜ਼ X ਕੈਟੇਗਰੀ 'ਚ ਆ ਜਾਂਦੀ ਹੈ। ਸੋ ਸੁਸਾਈਡ ਕਿਸੇ ਕੈਟੇਗਰੀ 'ਚ ਨਹੀਂ ਆਉਂਦਾ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਇੱਕ ਮਤਲਬ ਇੱਕ ਪੋਲੀਟਿਕਸ ਵੀ ਹੈ, ਰਾਜਨੀਤੀ ਹੈ, ਹਰ ਚੀਜ਼ ਦੀ ਰਾਜਨੀਤੀ ਚੰਗੀ ਨਹੀਂ ਲੱਗਦੀ, ਇਹਨਾਂ ਨੂੰ ਕਰਨੀ ਨਹੀਂ ਚਾਹੀਦੀ। ਦਿਸ ਆਰ ਵੈਰੀ ਅਨਫੋਰਚੂਨੇਟ ਥਿੰਗ। ਤੁਸੀਂ ਪਰਿਵਾਰ ਦੇ ਨਾਲ ਗਏ ਹੋ, ਦੁੱਖ ਸਾਂਝਾ ਕੀਤਾ ਹੈ, ਹੁਣ ਜੇ ਉਹਨਾਂ ਨੂੰ ਆਨਰ ਨਹੀਂ ਦਿੱਤਾ ਗਿਆ ਫੌਜ ਨੇ, ਲੋਕਾਂ ਦੇ ਭਾਵਨਾਵਾਂ ਨੂੰ ਭੜਕਾਉਣ ਲਈ ਤਾਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ ਤੁਸੀਂ, ਜਾਂ ਪੋਲੀਟਿਕਸ ਜਾਂ ਪੋਲੀਟੀਕਲ ਪੁਆਇੰਟ ਆਪਣੇ ਸਕੋਰ ਕਰਨੇ, ਲੇਕਿਨ ਮੁੱਦਾ ਇਹ ਹੈ ਕਿ ਜੇ ਇੱਕ ਸੁਸਾਈਡ ਦਾ ਕੇਸ ਹੈ, ਸੁਸਾਈਡ ਨੂੰ ਤੁਸੀਂ ਆਨਰ ਨਹੀਂ ਕਰ ਸਕਦੇ ਹੋ। ਆਰਮੀ ਨੇ ਵੀ ਇੱਕ ਬੜਾ ਇੱਕ ਉਹਨਾਂ ਦਾ ਸੈੱਟ ਜਿਹਾ ਪੈਟਰਨ ਹੈ, ਇੱਕ ਐਸਕੌਰਟਿੰਗ ਪਾਰਟੀ ਭੇਜੀ ਜਾਂਦੀ ਹੈ ਜਦੋਂ ਕੋਈ ਵੀ ਮੌਤ ਹੁੰਦੀ ਹੈ, ਇਰਰਿਸਪੈਕਟਿਵ ਕਿ ਆਤਮ ਹੱਤਿਆ ਹੈ, ਸ਼ਹਾਦਤ ਹੈ, ਕੁਝ ਵੀ ਹੈ। ਇਹਨੂੰ ਤੁਸੀਂ ਸ਼ਹਾਦਤ ਨਹੀਂ ਕਹਿ ਸਕਦੇ ਹੋ, ਕਿਉਂਕਿ ਜੇ ਇਹਨੂੰ ਸ਼ਹਾਦਤ ਕਹੋਗੇ ਤਾਂ ਸ਼ਹਾਦਤ ਦਾ ਵੀ ਅਪਮਾਨ ਹੋਏਗਾ। ਲੈਟਸ ਬੀ ਵੈਰੀ ਕਲੀਅਰ। ਲੇਕਿਨ ਜੇ ਪੰਜਾਬ ਦੇ ਚੀਫ ਮਿਨਿਸਟਰ ਫॉर ਸਰਟਨ ਰੀਜ਼ਨ ਕਹਿਣਾ ਚਾਹ ਰਿਹਾ, ਦੈਨ ਹੀ ਬੈਟਰ ਕੈਟੇਗਰਾਈਜ਼ ਇਟ। ਚੀਜ਼ ਨੂੰ ਕੁਆਲੀਫਾਈ ਕਰਨਾ ਬੜਾ ਜ਼ਰੂਰੀ ਹੈ। ਠੀਕ ਹੈ, ਜੇ ਆਪਾਂ ਨੂੰ ਕੋਈ ਸ਼ੱਕ ਹੈ, ਸ਼ੁਬਾ ਹੈ, ਜਿਹੜੇ ਸਰਕਮਸਟਾਂਸਿਸ ਦੇ ਵਿੱਚ ਅੰਮ੍ਰਿਤਪਾਲ ਦੀ ਮੌਤ ਹੋਈ ਹੈ ਉਸ ਦੇ ਉੱਤੇ ਕੋਈ ਸੰਸਾ ਹੈ, ਇਹ ਪਹਿਲਾ ਮੌਕਾ ਨਹੀਂ ਹੈ। ਜਿਵੇਂ ਕਿ ਆਰਮੀ ਨੇ ਖੁਦ ਇਹਦੇ ਬਾਰੇ ਇੱਕ ਬਹੁਤ ਹੀ ਡਿਟੇਲਡ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਆਲਮੋਸਟ 2 ਡੈਕੇਡਸ ਹਰ ਸਾਲ 100, 125, 150 ਤੱਕ ਕਹਿੰਦੇ ਲੋਕ ਜਿਹੜੇ ਮਾਰੇ ਜਾਂਦੇ ਨੇ, ਸੁਸਾਈਡਸ ਹੁੰਦੀਆਂ ਨੇ ਫੌਜ ਦੇ ਵਿੱਚ। ਜ਼ਿਆਦਾ ਵੱਡਾ ਜਿਹੜਾ ਇਸ ਵਕਤ ਗੰਭੀਰ ਚਿੰਤਾ ਦਾ ਵਿਸ਼ਾ ਤਾਂ ਇਹ ਹੋਣਾ ਚਾਹੀਦਾ ਕਿ ਹਰ ਸਾਲ ਕੀ ਭਾਰਤੀ ਫੌਜ ਦੇ ਨੌਜਵਾਨ ਜਾਂ ਜਿਹੜੇ ਵੀ ਸਿਪਾਹੀ ਹੈਗੇ ਨੇ
ਉਹ ਇੰਨੇ ਪ੍ਰੈਸਿੰਗ ਜਿਹੜੇ ਮਾਨਸਿਕ ਤਣਾਅ ਤੋਂ ਗੁਜ਼ਰ ਰਹੇ ਨੇ। ਇਹ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਸਾਡੀ ਫੌਜ ਦਾ ਕੀ ਡਿਪਰੈਸ਼ਨ ਲੈਵਲ ਹੈ। that is something that needs to be debated and argued. I would have been happier ਕਿ ਜੇ ਚੀਫ ਮਿਨਿਸਟਰ ਨੇ ਆਲਾ ਮੁੱਦਾ ਚੁੱਕਿਆ ਹੁੰਦਾ ਕਿ ਫੌਜ ਦੇ ਵਿੱਚ ਨੌਜਵਾਨ ਆਤਮ ਹੱਤਿਆਵਾਂ ਕਿਉਂ ਕਰ ਰਹੇ ਨੇ, ਨਾਟ ਪੰਜਾਬ ਦਾ ਕੋਈ ਵੀ ਹੋਵੇ। ਅਸੀਂ ਦੇਖਿਆ ਕਈ ਵਾਰ ਬਹੁਤ ਅਜਿਹੀਆਂ ਘਟਨਾਵਾਂ ਫੌਜ ਤੇ ਪੈਰਾਮਿਲਟਰੀ ਫੋਰਸਸ ਦੇ ਵਿੱਚ, ਕੰਟੀਨ ਦੇ ਵਿੱਚ 4-4 ਬੰਦਿਆਂ ਨੂੰ ਹੋਰਾਂ ਨੂੰ ਸ਼ੂਟ ਕਰਕੇ ਫਿਰ ਖੁਦ ਮਾਰ ਲਿਆ, ਆਪਣੇ ਆਪ ਨੂੰ ਗੋਲੀ ਮਾਰ ਲਈ। ਸੋ ਇਸ ਤਰੀਕੇ ਦਾ ਤਣਾਅ, ਸਟ੍ਰੈਸ ਦੇ ਹੇਠਾਂ ਕਿਉਂ ਇਹ ਰੋਗ ਲੈਂਦੇ ਨੇ, ਆਪਣੇ ਪਰਿਵਾਰਾਂ ਤੋਂ ਕਈ ਸਾਲ ਦੂਰ ਰਹਿਣਾ ਪੈਂਦਾ ਹੈ, ਉਹਨਾਂ ਦੀ ਜਿਹੜੀ ਮੈਂਟਲ ਕਾਉਂਸਲਿੰਗ ਹੈ, ਆਹ ਵਿਸ਼ੇ ਹੈਗੇ ਨੇ। ਹੁਣ ਤੁਸੀਂ ਉਸ ਚੀਜ਼ ਨੂੰ ਡਿਬੇਟ ਦੇ ਵਿੱਚ ਉਲਝਾ ਰਹੇ ਹੋ ਕਿ ਜੀ ਤੁਸੀਂ ਉਹਨੂੰ ਸੈਰੇਮੋਨੀਅਲ ਫਿਊਨਰਲ ਨਹੀਂ ਦਿੱਤਾ। ਸੈਰੇਮੋਨੀਅਲ ਉਹਨਾਂ ਨੇ ਆਪਣੀ ਸਕਾਟ ਪਾਰਟੀ ਸ਼ਾਇਦ ਭੇਜੀ ਹੋਏਗੀ, ਜਿਵੇਂ ਕਿ ਉਹ ਕਿਸੇ ਵੀ ਡੈਡ ਬੋਡੀ ਦੇ ਨਾਲ ਭੇਜਦੇ ਨੇ, ਲੇਕਿਨ ਜੇ ਕੋਈ ਕਿਲਡ ਇਨ ਐਕਸ਼ਨ ਹੁੰਦੇ ਜਾਂ ਕੋਈ ਇਵਨ ਸੁਭਾਵਿਕ ਮੌਤ, ਕੁਦਰਤੀ ਮੌਤ ਵੀ ਹੁੰਦੀ ਤਾਂ ਫਿਰ ਇੱਕ ਡਿਫਰੈਂਟ ਲੈਵਲ ਦੀ ਗੱਲਬਾਤ ਹੋਣੀ ਸੀ। ਸੋ ਫੌਜ ਦੀ ਅਥਾਰਟੀਜ਼ ਲਈ ਬੜਾ ਔਖਾ ਹੋ ਜਾਂਦਾ ਹੈ ਸਰਕਾਰ ਲਈ ਜਸਟੀਫਾਈ ਕਰਨਾ। ਤੁਹਾਡੀ ਜਿਹੜੀ ਨਾਰਮਲ ਬੀਮਾ ਪਾਲਿਸੀ ਹੁੰਦੀ ਹੈ, ਇੰਸ਼ੋਰੈਂਸ ਕੰਪਨੀਆਂ ਨਹੀਂ ਤੁਹਾਨੂੰ ਮੁਆਵਜ਼ਾ ਦਿੰਦੀਆਂ, ਤੁਹਾਡੇ ਇੰਸ਼ੋਰੈਂਸ ਦਾ ਜਿਹੜਾ ਕਵਰ ਹੁੰਦਾ ਤੁਹਾਨੂੰ ਉਹ ਨਹੀਂ ਦਿੱਤਾ ਜਾਂਦਾ ਜੇ ਕੋਈ ਸੁਸਾਈਡ ਕਰਕੇ ਮਰ ਜਾਂਦਾ ਹੈ। ਤਾਂ ਇਸ ਦੇ ਵਿੱਚ ਤੁਸੀਂ ਐਕਸਪੈਕਟ ਕਰੋ ਤੇ ਹਰ ਚੀਜ਼ ਨੂੰ ਤੁਸੀਂ ਪੋਲੀਟੀਕਲ ਫੁੱਟਬਾਲ ਬਣਾ ਦਿਓ ਤੇ ਕਹੋ ਜੀ ਕਿ ਭਾਰਤ ਸਰਕਾਰ ਨੇ ਆਰਮੀ ਧੱਕਾ ਕਰ ਰਹੀ ਹੈ ਜੀ। ਠੀਕ ਹੈ, ਜੇ ਤੁਹਾਨੂੰ ਕੋਈ ਸ਼ੱਕ ਹੈ, ਜੇ ਮੁੱਖ ਮੰਤਰੀ ਕੋਲ ਅਜਿਹੀ ਪਰਿਵਾਰ ਵੱਲੋਂ ਕੋਈ ਅਜਿਹੀ ਸ਼ਿਕਾਇਤ ਆਈ ਹੈ, ਦੈਨ ਹੀ ਸ਼ੁੱਡ ਟੇਕ ਅਪ ਵਿਦ ਦ ਗਵਰਨਮੈਂਟ ਐਂਡ ਦ ਡਿਫੈਂਸ ਮਿਨਿਸਟਰੀ ਵੀ ਬੱਚੇ ਦੀ ਜਿਹੜੀ ਮੌਤ ਹੋਈ ਹੈ ਇਹਦੇ ਬਾਰੇ ਤੁਸੀਂ ਸਰਕਮਸਟੈਂਸਿਸ ਦੇ ਵਿੱਚ ਕੋਈ ਸ਼ੱਕ ਹੈ, ਤੁਹਾਨੂੰ ਕੋਈ ਸੰਸਾ ਹੈ, ਕੋਈ ਜਿਹਨੂੰ ਕਹਿ ਸਕਦੇ ਕਿ ਡਾਊਟ ਹੈ, ਸੋ ਉਹ ਚੀਜ਼ਾਂ ਵੈਲਿਡ ਹੁੰਦੀਆਂ ਨੇ। ਲੇਕਿਨ ਤੁਸੀਂ ਸਿਰਫ ਇੱਕ ਆਪਣੀ ਪੋਲੀਟਿਕਸ ਕਰਨ ਲਈ ਜੀ, ਠੀਕ ਹੈ ਤੁਸੀਂ ਕਰੋੜ ਰੁਪਇਆ ਵੀ ਦਿਓ, ਮੈਂ ਕਹਿੰਦਾ ਵੀ ਦੇਖੋ ਪਰਿਵਾਰ ਦੀ ਲੋੜਾਂ ਹੋਣਗੀਆਂ, ਇਹ ਮੁੱਦਾ ਨਹੀਂ ਹੈ, ਲੇਕਿਨ ਇਹਨੂੰ ਨੀਤੀਗਤ ਨਹੀਂ ਬਣਾਇਆ ਜਾ ਸਕਦਾ। ਕਿਸੇ ਵੀ ਮੌਤ ਜਾਂ ਕਿਸੇ ਵਿਅਕਤੀ ਵੱਲੋਂ ਜੇ ਸੁਸਾਈਡ ਕਰਨ ਨੂੰ ਤੁਸੀਂ ਕੰਪਨਸੇਸ਼ਨ ਦੇਣੀ ਸਰਕਾਰਾਂ ਨੇ ਸ਼ੁਰੂ ਕਰਤੀ ਤੇ ਉਸ ਦੇ ਲਈ ਤੁਸੀਂ ਇਹ ਵੀ ਪਿਨ ਕਰੋ ਕਿ ਨਹੀਂ ਜੀ ਫੌਜ ਉਸ ਕੰਪਨਸੇਸ਼ਨ ਦੇਵੇ, ਭਾਰਤ ਸਰਕਾਰ ਕੰਪਨਸੇਸ਼ਨ ਦੇਵੇ। ਆਈ ਥਿੰਕ ਦੈਟ ਇਜ਼ ਰੋਂਗ। ਠੀਕ ਹੈ, ਕੰਪੈਸ਼ਨੇਟ ਗਰਾਊਂਡ ਦੇ ਉੱਤੇ ਤੁਸੀਂ ਮਹਿਸੂਸ ਕਰਦੇ ਹੋ ਦਿਓ, ਲੇਕਿਨ ਕੱਲ੍ਹ ਨੂੰ ਤੁਹਾਡੀ ਪਾਲਿਸੀ ਅਜਿਹੀ ਬਣ ਜਾਏ ਵੀ ਹਰ ਭਵਿੱਖ ਦੇ ਵਿੱਚ ਸੁਸਾਈਡ ਕਰਨ ਵਾਲਾ ਵਿਅਕਤੀ, ਉਸਦਾ ਪਰਿਵਾਰ ਕਹੇ ਜੀ ਫਲਾਂ ਬੰਦੇ ਨੂੰ ਦਿੱਤੀ ਸੀ ਤਾਂ ਫਿਰ ਸਾਨੂੰ ਕਿਉਂ ਨਹੀਂ ਦਿੱਤੀ। ਤੇ ਇਸ ਵਾਸਤੇ ਦੂਰ ਦੀਆਂ ਸੋਚਣ ਦੇ ਵਿਸ਼ੇ ਨੇ। ਗੰਭੀਰ ਵਿਸ਼ਾ ਸੋਚਣ ਵਾਲਾ ਕਿ ਆਤਮ ਹੱਤਿਆ ਕਿਉਂ ਕੀਤੀ, ਕੀ ਸਰਕਮਸਟੈਂਸਿਸ ਸੀ। ਇਕੱਲਾ ਅੰਮ੍ਰਿਤਪਾਲ ਦਾ ਕੇਸ ਨਹੀਂ, ਇਸ ਤੋਂ ਪਹਿਲਾਂ ਤੇ ਸਾਲ ਦੇ ਵਿੱਚ ਬਹੁਤ ਅਜਿਹੇ ਕੇਸਿਸ ਹੁੰਦੇ ਨੇ ਜਿੱਥੇ ਕਿ ਫੌਜੀ ਸਾਡੇ ਭਰਾ ਜਿਹੜੇ ਹੈਗੇ ਨੇ ਉਹ ਮਾਨਸਿਕ ਤਣਾਅ ਚੋਂ ਗੁਜ਼ਰਦੇ ਨੇ ਐਂਡ ਦੇ ਕਮਿਟ ਸੁਸਾਈਡਸ, ਵਿਚ ਇਜ਼ ਅ ਫਾਰ ਮੋਰ ਪ੍ਰੈਸਿੰਗ ਇਸ਼ੂ, ਜਿਹਦੇ ਬਾਰੇ ਆਈ ਥਿੰਕ ਅੱਜ ਇਹ ਜਿਹੜਾ ਘਟਨਾ ਹੋਈ ਹੈ ਇਹਦਾ ਧਿਆਨ ਸਾਡਾ ਇਸ ਪੁਆਇੰਟ ਤੇ ਲੈ ਕੇ ਆਉਣਾ ਚਾਹੀਦਾ ਹੈ। ਇਸ ਘਟਨਾ ਨੇ ਲਿਆਉਣ ਦੇ ਵਿੱਚ ਮਦਦ ਕੀਤੀ ਹੈ ਐਂਡ ਸਾਡੀ ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਗੱਲਾਂ ਕਰ ਰਹੀਆਂ ਨੇ ਉਹਨਾਂ ਨੂੰ ਵੀ ਦੇ ਸ਼ੁੱਡ ਰਾਈਜ਼ ਅਬਾਊਟ देयर ਪੋਲੀਟੀਕਲ ਡਿਫਰੈਂਸਿਸ ਕਿ ਇੱਕ ਦੂਸਰੇ ਨੂੰ ਬਲੇਮ ਕਰਨ ਦੀ ਥਾਂ ਤੁਸੀਂ ਸਕੀਮ ਦੇ ਉੱਤੇ ਕੁਐਸਚਨ ਕਰੋ। ਅਗਨੀਵੀਰ ਸਕੀਮ ਦੇ ਉੱਤੇ ਕੁਐਸਚਨ ਪਹਿਲਾਂ ਵੀ ਹੋਏ ਨੇ, ਵਿਵਾਦ ਰਹੇ ਨੇ, ਯੂ ਸ਼ੁੱਡ ਕੁਐਸਚਨ ਦੈਟ। ਉਹਦੇ ਵਿੱਚ ਲੋਕਾਂ ਦੀ ਕੀ ਸਿਕਿਉਰਿਟੀ ਕੀ ਹੈ, ਉਹਨਾਂ ਦੀ ਸੋਸ਼ਲ ਸਿਕਿਉਰਿਟੀ ਕੀ ਹੈ, ਨੌਕਰੀ ਛੱਡਣ ਤੋਂ ਬਾਅਦ ਮੁੰਡੇ ਕਿੱਥੇ ਜਾਣਗੇ, ਜਿਹੜਾ 5 ਸਾਲ ਕੰਮ ਕਰੇਗਾ ਉਸ ਤੋਂ ਬਾਅਦ ਉਹਦਾ ਕੀ ਰੀਹੈਬਿਲਿਟੇਸ਼ਨ ਹੋਏਗੀ, ਉਹਨੂੰ ਸਮਾਜ ਦੇ ਵਿੱਚ ਕਿਵੇਂ ਅਪਣਾਇਆ ਜਾਏਗਾ। ਆਈ ਥਿੰਕ ਈਵਨ ਸ਼ਾਰਟ ਟਰਮ ਕਮਿਸ਼ਨ ਹੁੰਦੇ ਨੇ, ਉਹਦੇ ਵਿੱਚ ਵੀ ਤੁਹਾਡੀ ਅੱਗੇ ਫਿਊਚਰ ਦੇ ਵਿੱਚ ਤੁਹਾਡਾ ਕਰੀਅਰ ਕਿੱਥੇ ਜਾਣਾ, ਤੁਸੀਂ 5 ਸਾਲ ਲਈ ਸਰਵਿਸ ਕਰ ਦਿਓ, ਤੁਸੀਂ ਅਕੈਡਮੀਆਂ 'ਚੋਂ ਟ੍ਰੇਨਿੰਗ ਕਰਕੇ ਬਾਕਾਇਦਾ ਆਫਿਸਰਸ ਵੀ ਲੱਗਦੇ ਹੋ, ਸ਼ਾਰਟ ਸਰਵਿਸ ਜਿਸ ਨੂੰ ਕਮਿਸ਼ਨ ਕਿਹਾ ਜਾਂਦਾ। SSC ਮੈਡਰਾਸ ਚੇਨਈ ਦੇ ਵਿੱਚ ਹੋਇਆ ਕਰਦਾ ਸੀ, ਉੱਥੋਂ OTA ਚੇਨਈ ਤੋਂ ਹੁੰਦਾ ਸੀ ਹੈ। ਸੋ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਸੋ ਲਾਰਜਰ ਕੁਐਸਚਨ ਸ਼ੁੱਡ ਬੀ ਆਸਕ ਨਾਟ ਕਿ ਵੀ ਆਪਾਂ 1-2 ਕਰੋੜ ਰੁਪਇਆ ਦੇ ਕੇ ਜੀ ਅਸੀਂ ਕਹੀਏ ਜੀ ਅਸੀਂ ਜ਼ਿਆਦਾ ਵੱਡੇ ਹਿਤੈਸ਼ੀ ਹੈ ਲੋਕਾਂ ਦੇ। ਸੋ ਆਈ ਥਿੰਕ ਮੈਨੂੰ ਅਨਫੋਰਚੂਨੇਟ ਲੱਗਦਾ ਕਿ ਇਸ ਤਰੀਕੇ ਦੀ ਗੱਲਬਾਤ ਸ਼ਾਇਦ ਨਹੀਂ ਹੋਣੀ ਚਾਹੀਦੀ ਸੀ, ਬਟ ठीक है ਤੁਸੀਂ परिवार ਦੀ मदद कर रहे हो, दैट इज़ फेयर इनफ। जो आपने ये बात कही बहुत ही इम्पोर्टेंट पॉइंट है कि फ़ौज में दरअसल जो हमने देखा है पिछले काफ़ी सालों में, और इस पे तो स्कॉलरशिप भी अवेलेबल है कि जो PTSD है फ़ौज में दुनिया भर के आर्मीज़ में होता है, लेकिन इंडियन आर्मी में ख़ास करके वो चीज़ों को एक्नॉलेज नहीं करना चाहते। उनको लगता है कि भाई हमारे लोग बड़े दिलेर हैं, इससे जो है उनका जो है इमेज ख़राब हो सकता है, तो इस चीज़ों को जो है एक्नॉलेज नहीं करना पसंद करता है, और एटलीस्ट ऑफिशियली तो नहीं। तो ये मुझे याद है कि मैं आई थिंक इस केस में यही हुआ है कि इनिशियली शायद नहीं दसाया गया, कुछ नहीं बताया गया था, और फौज की तरफ से बस इतना, मैं इंडियन एक्सप्रेस में जो छपा है उसके बेसिस पे बोल रहा हूँ कि पहले ये बताया गया कि वो जो है सर पे गन शॉट वुंड के साथ उनकी बॉडी पाई गई अमृतपाल सिंह की, और फैमिली को ये बताया गया कि भाई उनको मरा हुआ पाया गया है। तो फैमिली ने पूछा भाई क्या वजूहत है, बोले कि वी आर डूइंग एन इंक्वायरी, अभी हम बता नहीं पाएंगे। तो उनके फादर ने जो स्टेटमेंट दिया है उसके मुताबिक कि हवलदार एक आए और उनके साथ 2 और लोग आए, आर्मी में बाद में बोला कि 4 लोग गए थे, तो वो एक प्राइवेट एम्बुलेंस में बॉडी को लेकर के आए और फिर उनको बताया गया। तो क्योंकि कोई गार्ड ऑफ ऑनर नहीं था तो फिर इसीलिए पंजाब पुलिस को रिक्वेस्ट किया गया, पंजाब पुलिस ने गार्ड ऑफ ऑनर दिया, हालांकि मिलिट्री ऑनर नहीं था वो। तो इस बात से जो है कुछ लोगों को शक होने लगा कि कोई ये कहीं ये सुइसाइड का केस तो नहीं है, अदरवाइज आर्मी तो एक नॉर्मल गार्ड ऑफ ऑनर होता है देना,
वो नहीं दिया। उसके बाद फिर आर्मी ने ऑफिशियली अब बोल दिया है कि हाँ इट वाज अ सेल्फ इन्फ्लिक्टेड वुंड, और इस पर अभी भी इंक्वायरी चल रही है। इसीलिए आर्मी रूल्स 1967 के तहत वो फ्यूनरल, मिलिट्री एक फ्यूनरल वो नहीं करते हैं, गार्ड ऑफ ऑनर नहीं देते हैं। ये तो खैर कह दी बात। लेकिन जो एक बड़ा सवाल जो पहले से है पंजाब में, हरियाणा में और ख़ास करके उन स्टेट्स में जिनके जो है नौजवान बहुत भारी तादाद में जाते हैं फौज में, पंजाब को स्वॉर्ड आर्म ऑफ इंडिया भी बोला जाता है इसी वजह से, कि क्या ये जो स्कीम है अग्निपथ स्कीम, क्या इसकी वजह से भी जो है एक मानसिक तनाव पैदा हो रहा है कि सिर्फ 4 साल के लिए आप एज एन अग्निवीर आप फौज में जाएंगे, उसके बाद आपको ना पेंशन मिलेगा ना आपको ग्रेचुइटी मिलेगी, उसके बाद नौकरी मिलेगी भी या नहीं इसकी भी कोई गारंटी नहीं है। हालांकि फ़ौज, उन्होंने कहा था कि वो सपोर्ट तो करेंगे, लेकिन फिर कोई एश्योरेंस नहीं होता है। तो क्या इसकी वजह से भी, और ख़ास करके उन एरियाज़ में जहाँ बहुत टाइम से मिलिट्री सर्विस को एक एज अ रेस्पेक्टेबल प्रोफेशन देखा जाता है, आपकी शादियाँ तक नहीं हो पाती है अगर आप ढंग की आपको नौकरी नहीं है फ़ौज में, अच्छा आप लैंस नायक हैं या सिपाही हैं, तो फिर आपको उस हिसाब से बहुत, हालांकि ये गलत है लेकिन मैंने सुना है कि दहेज भी जो है वो उसी बिना पे डिसाइड होता है कि कौन सा रैंक आपके पास है। वो परमानेंट नौकरी का जो एक कवर होता है वो हट गया है। तो और ये 21 साल का लड़का था अमृतपाल सिंह, 25 साल का होते होते 4 साल की उनकी सर्विस ख़त्म हो जाती है, वो रिटायर हो जाते हैं, आगे क्या करते? हो सकता है वो भी एक इनसिक्योरिटी रही हो, मुझे मालूम नहीं, लेकिन फिर क्या इस स्कीम पर फिर से नज़र मारने की ज़रूरत है कि आप परमानेंट जॉब के जो सिक्योरिटीज़ हैं, जो सपोर्ट सिस्टम्स हैं, वो आप हटा रहे हैं। एक इतना बड़ा एम्प्लॉयबल यूथ है या फिर एम्प्लॉयमेंट की एज पे पहुंच चुका है, एक बहुत बड़ा पॉपुलेशन है, उसको एक फ़ौज की जो परमानेंट नौकरी का एक जो कुशन था वो अब हट गया है। तो क्या इन स्टेट्स पे अब असर होना शुरू हो गया है? मैं ये मतलब, हालांकि एक ही केस है ਫਿਲਹਾਲ, ਨਹੀਂ ਆਪਾਂ ਇਹਨੂੰ ਚਲੋ ਇੱਕ ਕੇਸ ਨੂੰ ਤਾਂ ਆਪਾਂ ਥੋੜਾ ਡਿਫਰੈਂਟ ਮੰਨ ਲੈਂਦੇ ਹਾਂ। ਆਤਮ ਹੱਤਿਆ ਦੇ ਕਾਰਨ ਆਪਾਂ ਨੂੰ ਪਤਾ ਨਹੀਂ, ਫ੍ਰੈਂਕਲੀ ਸਪੀਕਿੰਗ, ਇੱਕ ਆਦਮੀ ਦੇ ਮਾਈਂਡ, ਇੱਕ ਆਦਮੀ ਨੇ ਸੁਸਾਈਡ ਕੀਤਾ ਤੇ ਆਪਾਂ ਸੁਸਾਈਡ ਦੀ ਵਜ੍ਹਾ ਨਾਲ ਪੂਰੀ ਸਕੀਮ ਦੇ ਉੱਤੇ ਕੁਐਸਚਨ ਨਹੀਂ ਖੜਾ ਕਰ ਸਕਦੇ। ਲੈਟਸ ਬੀ ਵੈਰੀ ਕਲੀਅਰ, ਸਕੀਮ ਦੇ ਉੱਤੇ ਵੈਸੇ ਖੜਾ ਹੋਣਾ ਚਾਹੀਦਾ ਕੁਐਸਚਨ, ਕਿਉਂਕਿ ਪਹਿਲਾਂ ਵੀ ਰੌਲਾ ਬਹੁਤ ਪਿਆ ਜਦੋਂ ਇਹ ਸਕੀਮ ਲਿਆਂਦੀ ਗਈ। ਅੱਜ ਕੱਲ੍ਹ ਹੋਏ ਅਨਫੋਰਚੂਨੇਟ ਗੱਲ ਹੈ ਵੀ ਕੋਈ ਵੀ ਸਰਕਾਰ ਜਦੋਂ ਸਕੀਮ ਲਿਆਂਦੀ ਹੈ ਉਸ ਦੀ ਜਿਹੜੀ ਪੋਲੀਟੀਕਲ ਲੇਬਲਿੰਗ ਕਰਕੇ ਲੈ ਕੇ ਆਉਂਦਾ ਹੈ, ਜਿਹੜੀ ਉਹਦੀ ਪੋਲੀਟੀਕਲ ਪੈਕੇਜਿੰਗ ਕਰਕੇ ਉਸ ਨੂੰ ਲੈ ਕੇ ਆਇਆ ਜਾਂਦਾ ਤੇ ਕਿਸੇ ਪਾਰਟੀ ਵਿਸ਼ੇਸ਼ ਜਾਂ ਲੀਡਰ ਵਿਸ਼ੇਸ਼ ਦੀ ਦਾ ਵਿਜ਼ਨ, ਉਸ ਦੀ ਸੋਚ ਦੇ ਨਾਲ ਜੋੜਤਾ ਜਾਂਦਾ, ਫਿਰ ਵਿਰੋਧੀ ਧਿਰਾਂ ਵੀ ਉਸ ਦੀ ਖਿਲਾਫਤ ਸ਼ੁਰੂ ਕਰ ਦਿੰਦੀਆਂ ਨੇ। ਸੋ ਦੋਵੇਂ ਚੀਜ਼ਾਂ ਕੁਆਲੀਫਾਈਡ ਹੁੰਦੀਆਂ ਨੇ। ਜਿਹੜੇ ਲੋਕ ਉਸ ਸਕੀਮਾਂ ਦੀ ਤਾਰੀਫਾਂ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਸਕੀਮਾਂ ਦੇ ਜਿਹੜੇ ਪਿਟਫਾਲਸ ਨਹੀਂ ਪਤਾ ਹੁੰਦੇ, ਉਹਨਾਂ ਦੀ ਕਮੀਆਂ ਖਾਮੀਆਂ ਨਹੀਂ ਪਤਾ ਹੁੰਦੀਆਂ, ਜੇ ਪਤਾ ਵੀ ਹੁੰਦੀਆਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀਆਂ ਹੈ। ਇੱਕ ਪੋਲੀਟੀਕਲ ਜਿਹਨੂੰ ਆਪ ਕਹਿ ਸਕਦੇ ਕਿ ਨੈਰੇਟਿਵ ਦੇ ਵਿੱਚ ਤੁਸੀਂ ਡਿਸਕਸ ਕਰਦੇ ਹੋ, ਜਿਹਨੇ ਫੇਵਰ ਕਰਨੀ ਉਹਨੇ ਟੋਟਲੀ ਫੇਵਰ ਕਰਨੀ ਹੈ। ਅੰਧ ਭਗਤੀ ਕਹਿ ਲਓ ਜਾਂ ਅੰਧ ਫੇਵਰ ਕਹਿ ਲਓ, ਵੀ ਅੰਨ੍ਹੇਵਾਹ ਤੁਸੀਂ ਫੇਵਰ ਕਰੀ ਜਾਂਦੇ ਨੇ ਜੀ, ਸਕੀਮ ਚੰਗੀ ਹੈ, ਤੁਸੀਂ ਤਾਂ ਮਾੜਾ ਪੱਖ ਨਹੀਂ ਦੇਖਦੇ ਹੋ। ਜਿਹੜੇ ਲੋਕਾਂ ਨੇ ਖਿਲਾਫਤ ਕਰਨੀ ਹੈ ਉਹ ਸਿਰ ਮਾੜਾ ਹੀ ਦੇਖਦੇ ਨੇ, ਉਹਨਾਂ ਨੂੰ ਕੋਈ ਚੰਗਾ ਹੀ ਨਹੀਂ ਨਜ਼ਰ ਆਉਂਦਾ। ਲੇਕਿਨ ਇੱਥੇ ਇਕੱਲਾ ਅਗਨੀਪਥ ਸਕੀਮ ਦੀ ਕਿਉਂ ਗੱਲ ਕਰੀਏ, ਅਗਨੀਵੀਰ ਦੀ ਕਿਉਂ ਗੱਲ ਕਰੀਏ? ਆਪਾਂ ਇਹ ਕਹਿੰਦੇ ਵੀ ਇਸ ਵਕਤ ਦੇਸ਼ ਦੇ ਵਿੱਚ ਜਾਂ ਸਟੇਟਾਂ ਦੇ ਵਿੱਚ, ਹੁਣ ਪੰਜਾਬ ਦੇ ਵਿੱਚ ਐਜੂਕੇਸ਼ਨ ਹੈਗੀ ਦੀ ਗੱਲ ਕਰਦੇ ਹਾਂ ਆਪਾਂ, ਟੀਚਰਾਂ ਦਾ ਐਡਾ ਵੱਡਾ ਰੌਲਾ ਰਿਹਾ ਪਿੱਛੇ, ਕਈਆਂ ਨੂੰ ਰੈਗੂਲਰਾਈਜ਼ ਕੀਤਾ ਜਾ ਰਿਹਾ, ਕੀਤਾ ਗਿਆ, ਲੇਕਿਨ ਆਈ ਥਿੰਕ ਪੰਜਾਬ ਦੇ ਵਿੱਚ 15 ਸਾਲ ਟੀਚਰ ਸੰਘਰਸ਼ ਜ਼ਿਆਦਾ ਹੀ ਸ਼ਾਇਦ ਕਰਦੇ ਰਹੇ ਵੀ ਸਾਨੂੰ ਠੇਕੇ ਤੇ ਕਿਉਂ ਲੈ ਰਹੇ ਹੋ, ਕਿਉਂਕਿ ਠੇਕੇ ਦੀ ਜਿਹੜੀ ਆ ਬੇਸਿਕਲੀ ਅਗਨੀਪਥ ਵੀ ਤਾਂ ਇੱਕ ਠੇਕਾ ਹੀ ਹੈ ਨਾ। ਫੌਜ ਦੇ ਵਿੱਚ ਤੁਸੀਂ ਠੇਕੇ ਤੇ ਲੈ ਰਹੇ ਹੋ ਨਾ, ਤੁਸੀਂ ਜੋ ਮਰਜ਼ੀ ਅਗਨੀਪਥ ਦੇ ਦਿਓ, ਅਗਨੀਵੀਰ ਦੇ ਦਿਓ, ਕੁਛ ਵੀ ਦੇ ਦਿਓ, ਐਨੀ ਫੈਂਸੀ ਨੇਮ ਯੂ ਕੈਨ ਗਿਵ ਜਿਹਦੇ ਨਾਲ ਲੋਕਾਂ ਨੂੰ ਇੱਕ ਚੰਗਾ ਫੀਲ ਗੁੱਡ ਜਿਹਾ ਆਏ, ਲੇਕਿਨ ਹੋ ਤਾਂ ਤੁਸੀਂ ਠੇਕੇ ਤੇ ਲੈ ਰਹੇ ਹੋ, ਤੁਸੀਂ ਛੋਟੇ ਠੇਕੇ ਤੇ 4 ਸਾਲ ਦਾ ਠੇਕਾ, 5 ਸਾਲ ਦਾ ਠੇਕਾ, 8 ਸਾਲ ਦਾ ਠੇਕਾ। ਸੋ ਜਦੋਂ ਤੁਸੀਂ ਠੇਕੇ ਤੇ ਬੰਦੇ ਲੈਂਦੇ ਹੋ ਤੇ ਉਹਨਾਂ ਦੀ ਜਿਹੜੀ ਕਮਿਟਮੈਂਟ, ਉਹਨਾਂ ਦੀ ਜਿਹੜੀ ਤੁਹਾਡੀ ਲਾਇਲਟੀ ਹੈ ਤੁਹਾਡੇ ਪ੍ਰਤੀ, ਇਸ ਕੇਸ ਦੇ ਵਿੱਚ ਤਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ, ਤੇ ਜੋ ਕਿ ਜਜ਼ਬਾਤਾਂ ਦੇ ਨਾਲ ਤੁਹਾਡੀ ਜਿਹੜੀ ਜਿਹਨੂੰ ਕਹਿੰਦੇ ਕਿ ਤੁਹਾਡੇ ਅੰਦਰ ਤੁਹਾਡੀ ਜਿਹੜੀ ਵਕਾਰ ਹੈ, ਤੁਹਾਡਾ ਪ੍ਰੈਸਟੀਜ ਹੈ, ਤੁਹਾਡੀ ਸੈਲਫ ਜੁੜਿਆ ਹੁੰਦਾ ਹੈ। ਸੋ ਲੋਕ ਐਵੇਂ ਨਹੀਂ ਫੌਜ ਦੇ ਵਿੱਚ ਆ ਜਾਂਦੇ, ਉਹ ਠੇਕੇ ਤੇ ਕੰਮ ਕਰਨ ਲਈ ਬਹੁਤ ਕੁਛ ਹੈ। ਲੇਕਿਨ ਪੰਜਾਬ ਤੇ ਹਰਿਆਣਾ ਤੇ ਹਿਮਾਚਲ ਦੇ ਜਿਹੜੇ ਨੌਜਵਾਨ ਆਉਂਦੇ ਨੇ, ਨਾਰਥ ਇੰਡੀਆ ਚੋਂ ਆਉਂਦੇ ਨੇ, ਇਵਨ ਰਾਜਸਥਾਨ ਚੋਂ ਆਉਂਦੇ ਨੇ, ਇਹ ਲੋਕ ਦੇਸ਼ ਦੀ ਭਗਤੀ ਦੇ ਕਾਰਨ ਜਾਂ ਦੇਸ਼ ਦੇ ਨਾਲ ਮੋਹ ਪ੍ਰੇਮ ਦੇ ਕਾਰਨ ਫੌਜ ਦੇ ਵਿੱਚ ਵੀ ਆਉਂਦੇ ਨੇ। ਇੱਕ ਵੱਡਾ ਕਾਰਨ ਇਹ ਵੀ ਹੈ। ਸੋ ਇਹਨਾਂ ਨੂੰ ਵੀ ਤੁਸੀਂ ਠੇਕੇ ਦੇ ਵਰਕਰਾਂ ਵਾਂਗ ਟ੍ਰੀਟ ਕਰੋਗੇ, ਦੈਟ ਇਜ਼ ਵੈਰੀ ਅਨਫੋਰਚੂਨੇਟ। ਹੋਰ ਡਿਪਾਰਟਮੈਂਟਸ ਵੀ ਇਹ ਹੋ ਗਏ, ਹੁਣ ਤਾਂ ਠੇਕੇ ਵਾਲਾ ਸਿਸਟਮ ਸ਼ੁਰੂ ਹੋ ਗਿਆ। ਸਰਕਾਰਾਂ ਦੀ ਆਪਣੀਆਂ ਨੀਤੀਆਂ ਬਣ ਗਈਆਂ ਵੀ ਠੇਕੇ ਤੇ ਲਓ ਬੰਦੇ, ਅਸੀਂ ਪੱਕੇ ਕਰਨੇ ਨਹੀਂ। ਹੁਣ ਦੋ ਸਮਾਜ ਹੋ ਗਏ, ਜੇ ਆਪਾਂ ਸਰਕਾਰੀ ਨੌਕਰੀਆਂ ਦੀ ਗੱਲ ਕਰੀਏ, ਦੇਰ ਆਰ 2 or 3 ਡਿਫਰੈਂਟ ਲੈਵਲਸ, ਉਹਦੇ ਵਿੱਚ ਵੀ ਮਲਟੀ ਲੇਅਰ ਹੋ ਗਏ ਕਿ ਤੁਸੀਂ ਇੱਕ ਇਕਾਗਰਤਾ ਨਹੀਂ ਹੈ। ਤੁਸੀਂ ਸਰਕਾਰੀ ਮਹਿਕਮੇ 'ਚ ਕੰਮ ਕਰਦੇ ਪਏ ਹੋ, ਕੁਝ ਪੱਕੇ ਨੇ, ਕੁਝ ਕੱਚੇ ਨੇ, ਕੁਝ ਠੇਕੇ ਤੇ ਨੇ। ਸੋ ਇਹ ਤਾਂ ਆਪਣੇ ਆਪ 'ਚ ਡਿਸਪੈਰਿਟੀ ਹੈ। ਜਿਹੜਾ ਵਿਚਾਰਾ ਠੇਕੇ ਦੇ ਦ ਚਾਈਲਡ ਆਫ ਅ ਲੈਸਰ ਗॉड, ਉਹ ਕਹਿੰਦੇ ਵੀ ਮੈਂ ਠੇਕੇ ਤੇ ਹੈ, ਤਨਖਾਹ ਮੇਰੀ ਭਾਵੇਂ ਮੈਨੂੰ ਠੀਕ ਦੇ ਦੇਣ,
ਲੇਕਿਨ ਮੇਰੀ ਕੋਈ ਸਿਕਿਉਰਿਟੀ ਨਹੀਂ, ਮੇਰੀ ਕੋਈ ਛੁੱਟੀਆਂ ਦੀ ਕੋਈ ਗਾਰੰਟੀ ਨਹੀਂ। ਤੇ ਜਾ ਕੇ ਦੇਖੋ ਹਰ ਥਾਂ ਤੇ ਅਧਿਆਪਕਾਂ ਦੀ ਗੱਲ ਕਰ ਲਓ, ਤੁਸੀਂ ਡਾਕਟਰਾਂ ਦੀ ਗੱਲ ਕਰ ਲਓ, ਕਿਤੇ ਵੀ ਗੱਲ ਕਰ ਲਓ, ਠੇਕੇ ਤੇ ਲੈਣੇ ਜੀ ਬੰਦੇ। ਸੋ ਇਹ ਤਾਂ ਇੱਕ ਬੜਾ ਲਾਰਜਰ ਕੁਐਸਚਨ ਹੈ ਵੀ ਤੁਸੀਂ ਜਿਹੜਾ ਠੇਕੇਦਾਰੀ ਸਿਸਟਮ ਹੈ ਜਾਂ ਤਾਂ ਸਭ ਨੂੰ ਠੇਕੇ ਤੇ ਕਰ ਦਿਓ, ਲੇਕਿਨ ਕੁਝ ਇੱਕ ਤੁਹਾਡਾ ਪ੍ਰਿਵਿਲੇਜ ਸੈਕਸ਼ਨ ਹੋਵੇ ਜਿਹੜੇ ਕਿ ਪੱਕੇ ਕਰਮਚਾਰੀ ਨੇ, ਉਹਨਾਂ ਨੂੰ ਛੁੱਟੀਆਂ ਵੀ ਮਿਲ ਰਹੀਆਂ ਨੇ, ਮਨਮਰਜ਼ੀ ਦੇ ਹਿਸਾਬ ਨਾਲ ਸਹੂਲਤਾਂ। ਇਸ ਕੇਸ ਦੇ ਵਿੱਚ ਵੀ ਅਗਨੀਪਥ ਅਗਨੀਵੀਰਾਂ ਦੀ ਜਿਹੜੀ ਸਕੀਮ ਹੈ ਉਸ ਦੇ ਵਿੱਚ ਵੀ ਦ ਟਰਮਸ ਆਫ ਦੇਅਰ ਐਮਪਲੋਇਮੈਂਟ ਆਰ ਸਮਵਟ ਉਹਦੇ ਵਿੱਚ ਕੁਐਸਚਨ ਹੈ, ਉਹਦੇ ਵਿੱਚ ਡਿਸਪੈਰਿਟੀ ਹੋਏਗੀ ਹੋਰ ਰੈਗੂਲਰ ਸਰਵਿਸ ਦੇ ਨਾਲੋਂ। ਹੁਣ ਇਹ ਵੀ ਚੀਜ਼ਾਂ ਫੈਕਟਰ ਕਰਦੀਆਂ ਨੇ। ਫਿਊਚਰ ਦੀ ਕੰਸਰਟੇਨਟੀ ਵੀ ਹੁੰਦੀ ਹੈ। 4 ਸਾਲ 5 ਸਾਲ ਤੁਸੀਂ ਆਪਣੀ ਪ੍ਰਾਈਮ ਜਾ ਕੇ ਫੌਜ ਦੇ ਵਿੱਚ, ਜੇ ਤੁਸੀਂ ਆਪਣੀ ਜ਼ਿੰਦਗੀ ਦੇ ਬੈਸਟ ਸਮਾਂ ਤੁਸੀਂ ਫੌਜ ਨੂੰ ਦੇਤਾ ਤਾਂ ਫਿਰ ਉਸ ਤੋਂ ਅੱਗੇ ਵੀ ਤੁਹਾਨੂੰ ਉਸ ਦੇ ਵਿੱਚ ਇੱਕ ਇੰਟੀਗ੍ਰੇਟ ਹੋਣ ਦਾ ਇੱਕ ਮੌਕਾ ਮਿਲਣਾ ਚਾਹੀਦਾ ਹੈ। ਇਹ ਤਾਂ ਪੈਥਵੇਜ਼ ਤੁਸੀਂ ਕ੍ਰੀਏਟ ਸਰਕਾਰਾਂ ਨੇ, ਗਵਰਨਮੈਂਟ ਨੇ ਕਰਨੇ, ਤੇ ਸਕੀਮਾਂ ਨੂੰ ਜੇ 4-4 5-5 ਸਾਲ ਤੁਸੀਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਹੋਈਆਂ ਸਕੀਮਾਂ ਨੂੰ ਸੋਚ ਕੇ ਤੁਸੀਂ ਕਹਿੰਦੇ ਵੀ ਸ਼ਾਰਟ ਟਰਮ ਕੋਰਸਿਸ ਦੀ ਤਰ੍ਹਾਂ ਚਲਾ ਰਹੇ ਹੋ, ਕ੍ਰੈਸ਼ ਕੋਰਸਿਸ ਦੀ ਤਰ੍ਹਾਂ ਤੁਸੀਂ ਦੇਸ਼ ਦੀ ਹਿਫਾਜ਼ਤ ਲਈ ਫੌਜ ਹੀ ਤਿਆਰ ਕਰ ਰਹੇ ਹੋ। ਇਹ ਤਾਂ ਆਪਣੇ ਆਪ ਦੇ ਵਿੱਚ ਲਾਰਜਰ ਕੁਐਸਚਨ ਹੈ। ਇਫ ਆਈ ਸੀ ਪਰਸਨਲ ਤੌਰ ਤੇ ਮੈਂ ਮਹਿਸੂਸ ਕਰਦਾ ਵੀ ਇਹਨਾਂ ਤਰੀਕਾ, ਮੈਨੂੰ ਸ਼ਾਰਟ ਟਰਮ ਕਮਿਸ਼ਨ ਦੇ ਵਿੱਚ ਵੀ ਪ੍ਰੋਬਲਮ ਹੈ। ਤੁਸੀਂ 5 ਸਾਲ ਇੱਕ ਬੰਦੇ ਨੂੰ ਤਿਆਰ ਕਰ ਦਿਓ, ਉਹ ਕੋਟੀ ਅਕੈਡਮੀ ਦੇ ਵਿੱਚ ਟ੍ਰੇਨ ਹੁੰਦਾ ਹੈ, ਉਸ ਤੋਂ ਬਾਅਦ 5 ਸਾਲ ਬਾਅਦ ਉਹਨੂੰ ਕਹਿਤਾ ਜਾਂਦਾ ਵੀ ਤੂੰ ਕੰਮ। ਅੱਜ ਮੇਰੇ ਕਈ ਜਾਣਕਾਰ ਹੈਗੇ ਨੇ ਜੋ ਕਿ ਸ਼ਾਰਟ ਟਰਮ ਕਮਿਸ਼ਨਾਂ ਦੇ ਵਿੱਚ ਕਿਸੇ ਨੇ 5 ਸਾਲ ਕੰਮ ਕੀਤਾ, ਕਿਸੇ ਨੇ ਜ਼ਿਆਦਾ ਸਮਾਂ ਕੰਮ ਕੀਤਾ, ਐਂਡ ਨਾਓ ਦੇ ਆਰ ਇਨ ਦ ਕਾਰਪੋਰੇਟ ਵਰਲਡ। ਪਰ ਤੁਸੀਂ ਫੌਜੀ ਤਿਆਰ ਕਿਉਂ ਕੀਤਾ ਸੀਗਾ? ਉਸ ਨੂੰ ਟ੍ਰੇਨ ਕਿਸ ਲਈ ਕੀਤਾ ਗਿਆ? ਠੀਕ ਹੈ ਨਾ। ਤੁਹਾਡੀ ਤਾਂ ਕਮੀ ਹੁਣ ਦੇਸ਼ ਦੀ ਜਿਹੜਾ ਸੁਰੱਖਿਆ ਦਾ ਖਤਰਾ ਹੈ ਅੱਜ ਦੇ ਜੋ ਗਲੋਬਲ ਜੀਓਪੋਲਿਟਿਕਸ ਚੱਲਦੀ ਪਈ ਹੈ ਉਹਦੇ ਵਿੱਚ ਤਾਂ ਇੰਡੀਆ ਦੀ ਆਰਮੀ ਨੀਡਸ ਟੂ ਬੀ ਮਚ ਮੋਰ ਸਟਰੋਂਗਰ। ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਹੈਗੀਆਂ, ਤੁਸੀਂ ਖਰਚਾ ਕਰ ਵੀ ਰਹੇ ਹੋ, ਬਟ ਐਟ ਦ ਸੇਮ ਟਾਈਮ ਤੁਸੀਂ ਜਿਹੜਾ ਸ਼ਾਰਟ ਟਰਮ ਹੈ ਇਹਦੀ ਖੈਰ ਮੈਨੂੰ ਸਮਝ ਨਹੀਂ ਆਉਂਦੀ, ਬਟ ਦੈਨ ਯੈਸ ਪਾਲਿਸੀ ਹੋਲਡਰਸ ਮੇ ਹੋਲਡ ਸਮ ਕਾਈਂਡ ਆਫ ਵਿਜ਼ਡਮ ਇਨਟੂ ਦੈਟ। ਲੇਕਿਨ ਮੁੱਦਾ ਕੁਐਸਚਨ ਹੈ ਵੀ ਤੁਸੀਂ ਠੇਕੇਦਾਰੀ ਦਾ ਜਿਹੜਾ ਸਿਸਟਮ ਪ੍ਰਣਾਲੀ ਸ਼ੁਰੂ ਕੀਤੀ ਹੈ, ਇਸ ਦੇ ਵਿੱਚ ਇੱਕ ਫੰਡਾਮੈਂਟਲ ਫਲॉ ਐਂਡ ਮੋਰ ਸੋ ਵਿਦ ਦ ਡਿਫੈਂਸ ਫੋਰਸਿਸ। ਇਹ ਵੀ ਚੀਜ਼ ਮਨ ਲੱਗਦਾ ਕਿਤੇ ਨਾ ਕਿਤੇ ਦੈਟ ਨੀਡਸ ਟੂ ਬੀ ਅੰਡਰਸਟੂਡ ਕਿ ਤੁਸੀਂ ਠੇਕੇ ਦੇ ਉੱਤੇ ਆਪਣੀ ਵਫਾਦਾਰੀ, ਆਪਣੀ ਵਤਨ ਪ੍ਰਸਤੀ ਜਿਹੜੀ ਹੈ, ਇਹ ਤਾਂ ਉਹ ਪੇਸ਼ਾ ਹੈ ਜਿਹਦੇ ਵਿੱਚ ਤੁਹਾਡੀ ਵਤਨ ਪ੍ਰਸਤੀ ਦਾ ਬੜਾ ਵੱਡਾ ਕੰਪੋਨੈਂਟ ਹੈ। ਬਿਲਕੁਲ ਹੈ। ਯੂ ਕਾਂਟ ਬੀ ਅ ਮਰਸਨਰੀ ਓਵਰ ਹੇਅਰ, ਐਂਡ ਇਫ ਯੂ ਆਰ ਅ ਮਰਸਨਰੀ ਦੈਨ ਯੂ ਨੀਡ ਮੋਰ ਸਰਵਿਸਿਸ। ਜਿਵੇਂ ਆਪਾਂ ਵੈਗਨਰ ਦੀ ਗੱਲ ਕਰਦੇ ਹਾਂ, ਜਿਵੇਂ ਪ੍ਰਾਈਵੇਟ ਗਰੁੱਪਸ ਦੀ ਗੱਲ ਕਰ ਰਿਹਾ, ਫਿਰ ਤਾਂ ਉਵੇਂ ਦੇ ਪਹਾੜੇ ਦੇ ਲੜਾਕੇ ਇਕੱਠੇ ਕਰੋ ਤਾਂ ਦੇ ਆਰ ਮਚ ਮੋਰ ਡੇਂਜਰਸ ਆਰਮੀਜ਼ ਇਨ ਦ ਵਰਲਡ, ਜਿਹੜੀ ਕਿ ਪ੍ਰਾਈਵੇਟ ਆਰਮੀ ਲੜ ਰਹੀ ਨੇ। ਫਿਰ ਠੇਕੇ ਤੇ ਤਾਂ ਪ੍ਰਾਈਵੇਟ ਆਰਮੀਆਂ ਨੂੰ ਹੀ ਦੇ ਦਿਓ ਜੇ ਤੁਸੀਂ ਲੈਣਾ। ਐਵੇਂ ਮੁੰਡਿਆਂ ਨੂੰ ਇੱਕ ਆਈ ਫਾਈਂਡ ਇਟ ਰੀਅਲੀ ਕੰਟਰੋਡਿਕਟਰੀ। ਇਹ 'ਚ ਬਹੁਤ ਵੱਡਾ ਵਿਰੋਧਾਭਾਸ ਹੈ। ਤੁਸੀਂ ਸਾਈਕੀ ਸਮਝੋ ਵੀ ਜਿਹੜੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੋਂ ਬੱਚੇ ਆ ਰਹੇ ਨੇ, ਦੇ ਆਰ ਨਾਟ ਦੇਅਰ ਕਿ ਉਹਨਾਂ ਨੂੰ ਨੌਕਰੀਆਂ ਤਾਂ ਚਲੋ ਚਾਹੀਦੀਆਂ ਨੇ, ਨੌਕਰੀਆਂ ਚਾਹੀਦੀਆਂ ਨੇ, ਰੁਜ਼ਗਾਰ ਬੰਦੇ ਨੂੰ ਚਾਹੀਦਾ, ਲੇਕਿਨ ਫੌਜ ਦੇ ਵਿੱਚ ਨੌਕਰੀ ਕਿਤੇ ਹੋਰ ਵੀ ਕਰ ਸਕਦੇ ਨੇ। ਫੌਜ ਦੇ ਵਿੱਚ ਆਉਣ ਲਈ ਇੱਕ ਕਮਿਟਮੈਂਟ ਚਾਹੀਦੀ ਹੈ, ਇੱਕ ਆਪਣਾ ਇੱਕ ਸੈਲਫ ਚਾਹੀਦਾ ਹੈ, ਇੱਕ ਆਪਣੀ ਦੇਸ਼ ਦੇ ਪ੍ਰਤੀ ਇੱਕ ਮੋਹ ਪ੍ਰੇਮ ਪਿਆਰ ਚਾਹੀਦਾ, ਜਿਸ ਲਈ ਕਿ ਉਹ ਇਸ ਪ੍ਰੋਫੈਸ਼ਨ ਦੇ ਵਿੱਚ ਆਉਂਦੇ ਨੇ। ਲੇਕਿਨ ਤੁਸੀਂ ਉਹਨਾਂ ਨੂੰ ਉਹ ਪਾਥਵੇਜ਼ ਨਹੀਂ ਦੇ ਪਾ ਰਹੇ ਹੋ। ਵੀ ਡੋਂਟ ਨੋ ਕਿ ਇਹਦੇ ਬੱਚੇ ਦਾ ਕੀ ਕਾਰਨ ਰਿਹਾ। ਅੰਮ੍ਰਿਤਪਾਲ ਸਿੰਘ ਨੌਜਵਾਨ ਜਿਹੜਾ ਸੀ, ਇਹਨੇ ਕਿਉਂ ਸੁਸਾਈਡ ਕੀਤਾ? ਐਂਡ ਦੂਸਰਾ ਜਿਹੜਾ ਬੜਾ ਵੱਡਾ ਫੈਕਟਰ ਹੈ ਕਿ ਆਰਮੀ ਦੇ ਵਿੱਚ ਜਿਹੜੀ ਅਜਿਹੀ ਘਟਨਾਵਾਂ ਹੁੰਦੀਆਂ ਉਹਨਾਂ 'ਤੇ ਪਰਦੇ ਪਾਏ ਜਾਂਦੇ ਨੇ। ਦੇ ਟਰਾਈ ਟੂ ਕੀਪ ਇਟ ਅੰਡਰ ਰੈਪਸ ਐਂਡ ਰਾਈਟਲੀ ਪੁਆਇੰਟਡ ਆਊਟ। ਉਹਦਾ ਇੱਕ ਵੱਡਾ ਕਾਰਨ ਇਹ ਵੀ ਹੁੰਦਾ ਕਿ ਫੌਜ ਦਾ ਮਨੋਬਲ ਨਾ ਡਿੱਗੇ। ਹੋਰ ਜਿਹੜੇ ਸਾਥੀ ਨੇ, ਕਿਉਂਕਿ ਉਹਨਾਂ ਨੇ ਜਿਹੜੇ ਹਾਲਾਤ 'ਚ ਕੰਮ ਕਰਨਾ, ਦੇ ਨੀਡ ਟੂ ਬੀ ਚਾਰਜਡ ਅਪ। ਉਹਨਾਂ ਨੂੰ ਇਸ ਤਰੀਕੇ ਦੀ ਡਿਪਰੈਸਿੰਗ ਖਬਰਾਂ ਆਪਣੇ ਆਸ-ਪਾਸ ਲੋਕਾਂ ਦੀ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੋਂ ਡਿਪਰੈਸ਼ਨ ਨਾ ਹੋਵੇ, ਜਾਂ ਉਹਨਾਂ ਦਾ ਜਿਹੜਾ ਮੋਰਲ ਡਾਊਨ ਨਾ ਹੋਵੇ। ਇਹ ਚੀਜ਼ ਸਮਝਣ ਦੀ ਲੋੜ ਹੈਗੀ ਹੈ। ਹਰ ਚੀਜ਼ ਨੂੰ ਪਬਲਿਕ ਡੋਮੇਨ 'ਚ ਨਹੀਂ ਹੋਣਾ ਚਾਹੀਦਾ ਡਿਸਕਸ, ਲੇਕਿਨ ਇੱਕ ਆਤਮ ਚਿੰਤਨ ਦਾ ਇਟਸ ਅ ਟਾਈਮ ਫॉर ਇੰਟਰੋਸਪੈਕਸ਼ਨ ਫॉर ਦ ਆਰਮੀ ਆਲਸੋ। ਕਿ ਉਹਨਾਂ ਨੇ ਖੁਦ ਇਹ ਅੰਕੜਾ ਅੱਜ ਜਾਰੀ ਕੀਤਾ ਹੈ ਕਿ ਸਾਡੇ ਤਾਂ 100-150 ਬੰਦਾ ਸਾਲਾਨਾ ਮਰ ਰਿਹਾ ਹੈ ਸੁਸਾइड ਦੇ ਨਾਲ। क्यों मर रहे हैं उसके बारे में बात होनी चाहिए। ਹੁਣ ਉਹਦੇ ਤੇ ਕੋਈ ਪਬਲਿਕ ਡਿਬੇਟ ਹੀ ਨਹੀਂ ਤੁਸੀਂ ਕਰੋਗੇ, ਕਿਉਂਕਿ ਤੁਹਾਡੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ, ਯੂ ਵਿਲ ਕੀਪ ਇਟ ਅੰਡਰ ਦ ਰੈਪਡ टाइटली, सो ਤੁਸੀਂ ਉਹਨੂੰ ਡਿਸਕਸ ਨਾ ਕਰੋ। ठीक है ना। मुझे तो याद है 2014 में हम एक कॉन्फ्रेंस में गए थे, फर्स्ट वर्ल्ड वॉर की सेंटिनरी उस टाइम पे शुरू हो गई थी। तब बात हो रही थी कि यूरोप में जब लड़े थे तो कुछ ऐसे वाकयात हुए थे, तो रिटायर्ड फौजी उठ के बोलने लगे कि भाई नहीं, ये गलत है, मतलब इंडियन आर्मी बड़ा ब्रेव है, हम तो ऐसा काम कर ही नहीं सकते, हमारे सिपाही ऐसा जो है इनके साथ ऐसा हो ही नहीं सकता। तो एक डिनाइल जो एक नहीं डिनाइल की मैं अपनी लाइफ ਦੇ ਵਿੱਚ ਬਹੁਤ ਐਸੇ ਕੇਸਿਸ ਕਵਰ ਕੀਤੇ ਨੇ, ਬਿਕੋਜ਼ ਸਿੰਸ ਮੈਂ ਚੰਡੀਗੜ੍ਹ ਦੇ ਵਿੱਚ ਬਹੁਤ ਕੰਮ ਕੀਤਾ, ਐਂਡ ਯੂ ਆਲਸੋ ਸਿੰਸ ਤੁਸੀਂ ਡਿਫੈਂਸ ਕਵਰ ਕੀਤਾ ਹੈ, ਤੇ ਮੈਂ ਬਹੁਤ ਸੇ ਅਸੀਂ ਅਜਿਹਾ ਕੇਸ ਰੋਪੜ ਦੇ ਪਿੰਡ ਦੇ ਵਿੱਚੋਂ ਇੱਕ ਬੋਡੀ ਨੂੰ ਅਸੀਂ ਐਗਜ਼ਿਊਮ ਕਰਵਾਇਆ, ਆਪਣੀ ਅੱਖਾਂ ਦੇ ਸਾਹਮਣੇ ਹੋਇਆ, ਬਿਕੋਜ਼ देयर ਵਾਸ ਅ ਯੰਗ ਸੋਲਜਰ ਜੋ ਹੂ ਹੈਡ ਡਾਈਡ। ਬਾਅਦ ਦੇ ਵਿੱਚ ਉਹ ਉਹਦੇ ਘਰ ਦੇ ਕੋਰਟ ਦੇ ਵਿੱਚ ਚਲੇ ਗਏ, ਜੱਜ ਨੂੰ ਸ਼ੱਕ ਹੋਇਆ ਕਿ ਨਹੀਂ, ਇਹਦੀ ਮੌਤ ਇੱਕ ਸਿੰਪਲ ਰੀਜ਼ਨ ਨਹੀਂ, ਉਹਦੇ ਕੁਝ ਹੋਰ ਕਾਰਨ ਹੈਗੇ ਨੇ। ਉਹਨਾਂ ਨੇ ਉਸ ਦੀ ਡੈਡ ਬੋਡੀ ਨੂੰ ਖੁਦਵਾਇਆ, ਦ ਬੋਡੀ ਹੈਡ ਟੂ ਬੀ ਐਗਜ਼ਿਊਮਡ। ਠੀਕ ਹੈ ਨਾ। ਇਸ ਤਰੀਕੇ ਦੀ ਸਿਚੁਏਸ਼ਨ ਹੋਈਆਂ। ਹੋਰ ਬਹੁਤ ਸੇ ਕੇਸਿਸ ਆਏ ਜਦੋਂ ਕਿ ਲੋਕ ਜਾਂ ਫੌਜੀ ਜਿਹੜੇ ਸੀਗੇ ਆਫਿਸਰਸ,
ਕੈਪਟਨ ਮੇਜਰ ਲੈਵਲ ਦੇ ਆਫੀਸਰ ਇੱਕ ਸੀਗੇ ਸਾਡੇ ਕੈਪਟਨ ਕੋਹਲੀ, ਉਹਨਾਂ ਨੇ ਸੁਸਾਈਡ ਕਰ ਲਿਆ ਸੀਗਾ। ਹੀ ਵਾਸ ਵਾਈਲ ਔਨ ਡਿਊਟੀ, ਉਹਨਾਂ ਨੇ ਵੀ ਆਪਣੇ ਅਸੌਲਟ ਰਾਈਫਲ ਦੇ ਨਾਲ ਗੋਲੀਆਂ ਮਾਰ ਲਈਆਂ। ਐਂਡ ਇਨਸੀਡੈਂਟਲੀ ਦੇ ਹੈਪਨ ਟੂ ਬੀ ਸਮ ਫੈਮਿਲੀ ਫਰੈਂਡਸ ਆਲਸੋ। ਪਰਿਵਾਰ ਮੰਨੇ ਨਾ, ਪਰਿਵਾਰ ਨੂੰ ਸਮਝਾਉਣਾ ਬੜਾ ਮੁਸ਼ਕਿਲ ਹੁੰਦਾ, ਜਿਹਦੇ ਨਾਲ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਚੰਗਾ ਭਲਾ ਤਾਂ ਜੀ ਮੇਰੇ ਨਾਲ ਸਵੇਰੇ ਮੁੰਡੇ ਨੇ ਗੱਲ ਕੀਤੀ ਤੇ ਸ਼ਾਮੀ ਤੁਸੀਂ ਕਹਿ ਰਹੇ ਹੋ ਜੀ ਕਿ ਉਹਦੇ ਆਪਣੇ ਆਪ ਨੂੰ ਗੋਲੀ ਮਾਰ ਲਈ, ਕਿਵੇਂ ਮੰਨੇ ਕੋਈ ਪਰਿਵਾਰ, ਹੈ ਨਾ? ਇਹ ਚੀਜ਼ਾਂ ਮੰਨਣ 'ਚ ਵੀ ਬਹੁਤ ਔਖੀਆਂ ਲੱਗਦੀਆਂ ਨੇ। ਸੋ ਇੱਕ ਡਿਸਟਰਸਟ ਦਾ ਲੈਵਲ ਰਹਿੰਦਾ, ਪਰਿਵਾਰ ਨੂੰ ਭਰੋਸਾ ਨਹੀਂ ਹੁੰਦਾ ਕਿ ਬੱਚਾ ਜਾਂ ਤੁਹਾਡਾ ਜਿਹੜਾ ਆਪਣਾ ਜੀ ਹੈ ਉਹ ਇਸ ਤਣਾਅ 'ਚੋਂ ਗੁਜ਼ਰ ਰਿਹਾ ਹੈ, ਠੀਕ ਹੈ ਨਾ? ਐਂਡ ਇਹ ਮੋਮੈਂਟਰੀ ਇੰਪਲਸਿਵ ਸੁਸਾਈਡ ਦੇ ਫੈਸਲੇ ਹੁੰਦੇ ਨੇ। ਸੋ ਬਹੁਤ ਅਜਿਹੇ ਕੇਸਿਸ ਕੰਪਲਿਕੇਟਡ ਹੁੰਦੇ ਨੇ, ਲੇਕਿਨ ਆਉਂਦੀਆਂ ਨੇ, ਬੋਡੀਜ਼ ਆਉਂਦੀਆਂ ਨੇ, ਬਹੁਤ ਕੁਝ ਅਸੀਂ ਦੇਖਿਆ ਹੈ ਜਿੱਥੇ ਕਿ ਫੌਜ ਦੇ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਫੌਜ ਗਲਤ ਹੁੰਦੀ ਹੈ, ਲੇਕਿਨ ਇਹ ਵੀ ਉੱਥੇ ਇੱਕ ਓਪਨ ਸਿਸਟਮ ਨਹੀਂ ਹੈ, ਉੱਥੇ ਡਿਸਕਸ਼ਨ ਨਹੀਂ ਹੈ, ਤੁਸੀਂ ਉਸ ਚੀਜ਼ਾਂ ਨੂੰ ਪਬਲਿਕਲੀ ਨਹੀਂ ਡਿਸਕਸ ਕਰਦੇ। ਜੀ ਜੀ, ਅਦਾਲਤਾਂ ਦੇ ਵਿੱਚ ਤੁਸੀਂ ਚੱਲ ਜਾਓ, ਫਿਰ ਮੇਰੇ ਸਾਹਮਣੇ ਅਸੀਂ ਬੋਡੀ ਐਗਜ਼ਿਊਮ ਕੀਤੀ ਸੀ। ਦੈਟ ਵਾਸ ਦਾ ਫਸਟ ਕੇਸ ਇਨ ਦਾ ਹਿਸਟਰੀ ਆਫ ਆਰਮੀ। ਰੋਪੜ ਦਾ ਕੋਈ ਪਿੰਡ ਸੀ, ਮੈਨੂੰ ਯਾਦ ਨਹੀਂ ਆ ਰਿਹਾ। ਵੀ ਵੈਂਟ ਦੇਅਰ ਕਿਉਂਕਿ ਕੋਰਟ ਦਾ ਆਰਡਰ ਸੀ, ਉਹ ਬੋਡੀ ਨੂੰ ਉਹਨਾਂ ਨੇ ਕੱਢਿਆ ਤੇ ਉਹਨਾਂ ਫਿਰ ਦੁਬਾਰਾ ਆਟੋਪਸੀ ਵਗੈਰਾ ਲਈ ਭੇਜਿਆ ਗਿਆ ਤਾਂ ਕਿ ਐਗਜ਼ੈਕਟ ਸਰਟਨ ਕੀਤਾ ਜਾਏ ਕਿ ਡੈਥ ਦੇ ਕਾਰਨ ਕੀ ਸੀ। ਸੋ ਇਹ ਕਈ ਚੀਜ਼ਾਂ ਆ ਜਾਂਦੀਆਂ ਨੇ, ਪਰਿਵਾਰ ਨੂੰ ਸਮਝਾਉਣਾ ਔਖਾ ਹੁੰਦਾ ਹੈ। ਸਰਕਾਰਾਂ, ਫੌਜ ਦੀ ਆਪਣੀ ਪ੍ਰੋਬਲਮ ਹੈ, ਉਹ ਚਾਹੁੰਦੇ ਨੇ ਵੀ ਸਾਡੀ ਚੀਜ਼ਾਂ ਪਬਲਿਕਲੀ ਡਿਸਕਸ ਹੋਣ। ਕੁਝ ਹੱਦ ਤੱਕ ਉਹ ਠੀਕ ਵੀ ਹੈ, ਲੇਕਿਨ ਉਹੀ ਹੈ ਕਿ ਮਤਲਬ ਫੌਜ ਖੁਦ ਹੀ ਕਿੰਨੀ ਕਿ ਉਹ ਜਿਹੜੀ ਤੁਸੀਂ ਕਹਿ ਰਹੇ ਡਿਨਾਇਲ ਮੋਡ ਦੇ ਵਿੱਚ ਤਾਂ ਕੰਮ ਨਹੀਂ ਨਾ ਚੱਲੇਗਾ। ਘੱਟੋ ਘੱਟ ਆਪਾਂ ਮੀਡੀਆ ਦੇ ਵਿੱਚ ਨਾ ਚਰਚਾ ਕਰੀਏ, ਲੇਕਿਨ ਫੌਜ ਦੇ ਵਿੱਚ ਪਰਿਵਾਰ ਨੂੰ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਜਾਏ, ਸਮਝਾਇਆ ਜਾਏ ਤੇ ਸਮਝਿਆ ਜਾਏ ਤਾਂ ਫਿਰ ਮਤਲਬ ਸਮਝਾ ਵੀ ਲੈਂਦੇ ਆ, ਇਹ ਨਹੀਂ ਹੁੰਦਾ। ਬਟ ਆ ਜਿਹੜੇ ਜਿਵੇਂ ਪੋਲੀਟੀਸ਼ੀਅਨ ਹੁਣ ਵਿੱਚ ਆ ਗਏ, ਉਹ ਪੂਰੀ ਦੀ ਪੂਰੀ ਕਹਾਣੀ ਨੂੰ ਬਦਲ ਦਿੰਦੇ ਨੇ। ਹੁਣ ਇੱਥੇ ਜਦੋਂ ਤੁਸੀਂ ਪੋਲਿਟਿਕਸ ਸ਼ੁਰੂ ਕਰਤੀ, ਯੂ ਹੈਵ ਮੇਡ ਦ ਚੇਂਜ ਦ ਐਂਟਾਇਰ ਸੈਂਸ। ਉਹਦੇ ਨਾਲ ਤੁਸੀਂ ਠੀਕ ਹੈ, ਮੁੱਖ ਮੰਤਰੀ ਦਾ ਅੱਜ ਬਿਆਨ ਜਿਹੜਾ ਹੈ ਲੋਕਾਂ ਨੂੰ ਚੰਗਾ ਲੱਗੇਗਾ, ਠੀਕ ਹੈ, ਕਰੋੜ ਰੁਪਏ ਫੈਮਿਲੀ ਨੂੰ ਦੇ ਰਹੇ, ਚੰਗਾ ਹੈ, ਸਭ ਕੁਝ ਚੰਗਾ ਲੱਗ ਰਿਹਾ ਹੋਏਗਾ। ਹੋ ਸਕਦਾ ਫੌਜ ਦੇ ਖਿਲਾਫ ਤੁਹਾਡੇ ਮਨ ਦੇ ਵਿੱਚ ਗੁੱਸਾ ਵੀ ਆਵੇ ਵੀ ਜਿਸ ਇਹਨੂੰ ਸਨਮਾਨ ਨਹੀਂ ਦਿੱਤਾ, ਲੇਕਿਨ ਇੱਕ ਆਤਮ ਹੱਤਿਆ ਲਈ ਕਿਹੜਾ ਸਨਮਾਨ ਦਿੱਤਾ ਜਾ ਸਕਦਾ ਹੈ? ਆਤਮ ਹੱਤਿਆ ਨੂੰ ਤਾਂ ਅਸੀਂ ਆਪਣੇ ਸਮਾਜ ਦੇ ਵਿੱਚ, ਸਾਡੇ ਧਰਮ ਦੇ ਵਿੱਚ, ਸਾਡੇ ਫਲਸਫੇ ਦੇ ਵਿੱਚ ਵੀ ਡੋਂਟ ਸੁਸਾਈਡ ਨੂੰ, ਖੁਦਕੁਸ਼ੀ ਨੂੰ ਤਾਂ ਠੀਕ ਨਹੀਂ ਮੰਨਿਆ ਜਾਂਦਾ ਤੇ ਮੰਨਿਆ ਜਾਣਾ ਵੀ ਨਹੀਂ ਚਾਹੀਦਾ। ਸੋ ਆਈ ਥਿੰਕ ਫੋਕਸ ਇਸ ਚੀਜ਼ ਨੂੰ ਕਰਨ ਦੀ ਲੋੜ ਹੈ ਕਿ ਇਸ ਤਰੀਕੇ ਦੀਆਂ ਘਟਨਾਵਾਂ ਨਾ ਹੋਣ। ਐਂਡ ਆਈ ਥਿੰਕ ਇਹਦੇ ਬਾਰੇ ਫੌਜ ਵੀ ਸੋਚੇ, ਭਾਰਤ ਸਰਕਾਰ ਵੀ ਸੋਚੇ। ਇਸ ਤਰੀਕੇ ਦੀਆਂ ਸਕੀਮਾਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ, ਅੱਜ ਸਕੀਮ ਦੇ ਉੱਤੇ ਤਾਂ ਚਲੋ ਆਪਾਂ ਇਸ ਘਟਨਾ ਦੀ ਰੋਸ਼ਨੀ ਵਿੱਚ ਨਹੀਂ, ਲੇਕਿਨ ਇਸ ਉੱਤੇ ਪਹਿਲੇ ਤੋਂ ਵੀ ਸਵਾਲ ਖੜੇ ਹੋਏ ਨੇ। ਲੇਕਿਨ ਲॉजिकल ਜਿਹੜੇ ਸਵਾਲ ਨੇ, दे नीड टू बी कंटिन्यू टू बी क्वेश्चन। इस स्कीम का जो एक बहुत बड़ा क्रिटिसिज्म है वो ये है कि इसको अच्छे से डिस्कस किए बगैर जो है गवर्नमेंट ने इसको पुश कर दिया कि बहुत सारे स्टेक होल्डर से जो है बात की नहीं गई। तो उस टाइम पे बहुत एक्सपर्ट्स बोल रहे थे, जब ये 2000 पिछले साल जब इसका जिक्र हुआ, बहुत से एक्सपर्ट्स बोल रहे थे कि भाई इसका रैशनल क्या है, क्योंकि 2019 के बाद मिलिट्री रिक्रूटमेंट हो नहीं रहा था। 2020 में पैंडेमिक आ गया, फिर उसका हवाला दिया गया कि भाई अब पैंडेमिक के चलते हम रिक्रूटमेंट कर नहीं सकते, इसीलिए बहुत जो एलिजिबल लड़के थे या मतलब जो यंग एप्लीकेंट्स थे फौज के, उनका जो है एलिजिबिलिटी अब नहीं रहा 3 सालों तक। 2020 में 3 साल हो गए जब अग्निवीर स्कीम आया। तो हर साल ऐसा कहा जा रहा है कि 50,000 से 60,000 लोग जो है फौज से रिटायर हो ही रहे थे, तो उस जो है कमी को भरना भी बहुत ज़रूरी था, इसीलिए इस स्कीम को ले आया गया। लेकिन एडहॉकिज्म नहीं, क्या द पॉइंट देयर शुड नॉट बी एन एडहॉकिज्म व्हेन इट कम्स टू द नेशंस डिफेंस। एग्जैक्टली। ਮੈਨੂੰ ਪ੍ਰੋਬਲਮ ਮੈਂ ਵਿਅਕਤੀਗਤ ਤੌਰ ਤੇ ਸਮਝਦਾ, ਇਹਦੇ ਪਿੱਛੇ ਹੋ ਸਕਦਾ ਹੈ ਜਿਹੜੇ ਲੋਕਾਂ ਨੇ ਸਕੀਮਾਂ ਬਣਾਈਆਂ ਉਹਨਾਂ ਦਾ ਕੋਈ ਸੋਚ ਹੋਵੇ, ਲੇਕਿਨ ਮੈਨੂੰ ਲੱਗਦਾ ਕਿ ਐਡਹੌਕਿਜ਼ਮ ਨਹੀਂ ਚੱਲ ਸਕਦੀ। ਘੱਟੋ ਘੱਟ ਇਸ ਸਰਵਿਸ ਦੇ ਵਿੱਚ ਐਡਹੌਕਿਜ਼ਮ ਨਹੀਂ। ਕੋਈ ਪ੍ਰੋਫੈਸ਼ਨਸ ਐਸੇ ਨੇ ਜਿੱਥੇ ਐਡਹੌਕਿਜ਼ਮ ਨਹੀਂ ਚੱਲ ਸਕਦਾ। ਠੀਕ ਹੈ, ਤੁਸੀਂ ਠੇਕੇ ਤੇ ਤੁਸੀਂ ਕੋਈ ਕੰਪਿਊਟਰ ਠੀਕ ਕਰਾਣੇ, ਆਪਣੇ ਕੋਈ ਕੰਪਿਊਟਰ ਦਾ ਕੋਈ ਠੇਕਾ ਦੇਣਾ, ਉੱਥੇ ਗੱਲਾਂ ਬਾਤਾਂ ਚੱਲਦੀਆਂ ਨੇ। ਕਈ ਬਹੁਤ ਅਜਿਹੇ ਸੈਕਟਰਸ ਨੇ ਜਿੱਥੇ ਕਿ ਤੁਸੀਂ ਇਹ ਠੇਕੇਦਾਰੀ ਦਾ ਸਿਸਟਮ ਠੀਕ ਹੈ, ਲੇਕਿਨ ਮੈਨੂੰ ਲੱਗਦਾ ਵੀ ਆਹ ਠੇਕੇਦਾਰੀ ਸਿਸਟਮ ਹੀ ਹੈ, ਸ਼ਾਰਟ ਸਰਵਿਸ ਕਮਿਸ਼ਨ ਤੇ ਮਤਲਬ ਮੇਬੀ ਯੈਸ ਤੁਸੀਂ ਐਗਜ਼ਿਟ ਦੇਣਾ ਹੈ, ਤੁਸੀਂ ਇੱਕ ਸ਼ਾਰਟ टर्म कोर्स शुरू किया है, एक स्कीम शुरू की थी, बट आई डोंट फाइंड इट गुड फॉर द नेशन। ये जो आप जो कह रहे हैं ना कि जो दूसरा पॉइंट ऑफ क्रिटिसिज्म था वो ये था कि आप 4 सालों के लिए बस एक जो नौजवान एक तबका है उसको आप मिलिट्री ट्रेनिंग दे रहे हैं, हथियार चलाने का जो है नॉलेज आप दे रहे हैं, उसके बाद फिर वो बेरोज़गार हो जाएगा जब फौज से बाहर आ जाएगा, उसके बाद क्या वो एंटी सोशल एलिमेंट्स के साथ जाके मिल सकता है? बिकॉज यही हुआ था एग्जैक्टली पार्टीशन के टाइम पर, क्योंकि सेकेंड वर्ल्ड वॉर में जितना मोबिलाइजेशन हुआ था 41 से खास करके 45 में बहुत लोगों को डीमोबिलाइज कर दिया गया, एकदम से आ गए वो लोग, नौकरियां नहीं थी। उसी टाइम पे पार्टीशन हुआ, 46 डायरेक्ट एक्शन डे होता है, 47 में पार्टीशन होता है, इसीलिए पंजाब में इतने ज़्यादा कैजुअलिटीज़ बहुत ज़्यादा हाई हुए, क्योंकि मिलिट्री ट्रेन्ड बहुत से ऐसे लोग थे
जो दंगे फसाद में जो इन्वॉल्व है डायरेक्टली। तो ये जो है ये फियर उस टाइम पे भी, पिछले साल भी और अभी भी बहुत ਉਹੀ ਹੈ ਨਾ ਵੀ ਸਾਡੇ ਸਮਾਜ ਦਾ ਤਾਣਾ ਬਾਣਾ ਜੋ ਹੈ ਉੱਥੇ ਹਾਲਾਤ ਉਹੋ ਜਿਹੇ ਹੈਗੇ ਨੇ। ਤੁਸੀਂ ਇੱਕ ਪਾਸੇ ਹਥਿਆਰਾਂ ਦੀ ਟ੍ਰੇਨਿੰਗ ਹੈ, ਤੁਸੀਂ ਪ੍ਰੋਪਰ ਇੱਕ ਸੋਲਜਰ ਤਿਆਰ ਹੋ ਤੇ ਤੁਸੀਂ ਦੇਸ਼ ਲਈ ਹੀ ਕੰਮ ਆਓ। ਤੁਹਾਨੂੰ ਜੇ ਕੋਈ ਫ੍ਰੀ ਛੱਡ ਦੇਗਾ, ਤੁਹਾਡੇ ਕੋਲ ਨੌਕਰੀ ਨਹੀਂ ਹੋਏਗੀ, ਤਾਂ ਫਿਰ ਇਹੋ ਜਿਹੀ ਤਾਂ ਬਹੁਤ ਹਾਲਾਤ ਹੈਗੇ ਨੇ ਜੋ ਤੁਹਾਡੀ ਵਰਤੋਂ ਕਰ ਸਕਦੇ ਨੇ। ਸੋ ਇਹ ਸੋਚਣ ਦੀ ਲੋੜ ਹੈਗੀ, ਨਾਟ ਦੈਟ ਕਿ ਚਲੋ ਆਪਣੀ ਇਹ ਘਟਨਾ ਇੱਕ ਹੈ, ਇਹਦੇ ਘਟਨਾ ਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ, ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਚੀਜ਼ਾਂ ਲੱਭ ਸਕਦੇ ਨੇ, ਬਟ ਜੇ ਕੁਝ ਆਪਾਂ ਨੂੰ ਸੋਚਣ ਲਈ ਹੈ ਤਾਂ ਸਾਰੀ ਚੀਜ਼ਾਂ जो आप डिस्कस कर रहे हैं, दे आर द फूड फॉर थॉट। क्योंकि ये पहला इंसिडेंट है पंजाब का कि पहला एक अग्निवीर इस तरह से जो है वो ऑन ड्यूटी मारा गया, जो भी वजूहात हो, मतलब हो सकता है सुसाइड हो सकता है कोई और वजह हो, लेकिन पहला एक केस है जो अग्निवीर पंजाब का वो मारा गया है। तो इस पे भी जो है आप, जैसे मैंने पहले जिक्र किया, भगवंत मान साहब ने जो बोल दिया है वो उन्होंने बोला है। हरसिमरत कौर बादल उन्होंने कहा कि डिफेंस मिनिस्टर राजनाथ सिंह से वो बात करेंगे कि मिलिट्री फ्यूनरल क्यों नहीं दिया गया। बिक्रम सिंह मजीठिया कह रहे हैं कि भाई अग्निपथ स्कीम को ही जो है दोबारा रीवैल्यूएट करने की ज़रूरत है। आपको लगता है कि चलिए एक सियासत तो वो कर रहे हैं, लाश पे एक सियासत कर रहे हैं जैसे आपने कहा, लेकिन कुछ क्रिटिसिज्म वैलिड भी है कि इसको रीवैल्यूएट करने की ज़रूरत है, ख़ास करके अगर ये इतना स्ट्रेसफुल एनवायरनमेंट में इसको ले आया गया है, तो क्या गवर्नमेंट की जिम्मेदारी नहीं बनती है कि चीज़ों को थोड़ा सा जो है ਰੀਲੁੱਕ ਲਿਆ ਜਾਏ? ਉਹ ਤਾਂ ਦੇਖੋ ਹੁਣ ਕਰਨਗੇ ਵੀ, ਆਈ ਥਿੰਕ ਇਹ ਚੀਜ਼ਾਂ ਨਾਲ ਦੇ ਨਾਲ ਹੁੰਦੀਆਂ ਨੇ। ਫੌਜ ਦੇ ਵਿੱਚ ਵੀ ਜਦੋਂ ਕੋਈ ਨੁਕਸਾਨ ਹੁੰਦਾ ਹੈ, ਇਟਸ ਨਾਟ ਦੈਟ ਕਿ ਜੇ ਚਰਚਾ ਨਹੀਂ ਕਰਦੇ ਤਾਂ ਅੰਦਰ ਚਰਚਾ ਨਹੀਂ ਹੁੰਦੀ, ਅਜਿਹਾ ਵੀ ਨਹੀਂ ਹੋਏਗਾ। ਇਹ ਚੀਜ਼ਾਂ ਇਵੈਲੂਏਟ ਹੁੰਦੀਆਂ ਨੇ ਕੰਸਿਸਟੈਂਟਲੀ, ਇਹਦੇ ਬਾਰੇ ਵੀ ਕੰਮ ਹੋ ਰਿਹਾ। ਬਸ ਇਹ ਹੈ ਵੀ ਪਬਲਿਕ ਡੋਮੇਨ ਦੇ ਵਿੱਚ ਨਹੀਂ ਆ ਪਾ ਰਹੀਆਂ ਗੱਲਾਂ, ਤੇ ਜੇ ਵਾਕਈ ਕੁਝ ਨਹੀਂ ਹੋ ਰਿਹਾ ਫਿਰ ਤਾਂ ਬੜਾ ਹੀ ਸੀਰੀਅਸ ਮਾਮਲਾ ਹੈ। ਇਫ ਦੇ ਆਰ ਨਾਟ ਇਵਨ ਤੇ ਕੈਜੂਅਲਟੀ ਜਿਹੜੀ ਤੁਹਾਡੀ ਹੋ ਰਹੀ ਹੈ, ਇਸ ਤਰੀਕੇ ਦੀ ਕੈਜੂਅਲਟੀ, ਜੇ ਸੁਸਾਈਡ ਦੇ ਵਿੱਚ ਸੈਂਕੜਾ ਦੀ ਗਿਣਤੀ ਦੇ ਵਿੱਚ ਹਰ ਸਾਲ ਮਾਰੇ ਜਾ ਰਹੇ ਨੇ ਲੋਕ, ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ। ਤੇ ਮੈਨੂੰ ਲੱਗਦਾ ਇਸ ਚੀਜ਼ 'ਤੇ ਚਰਚਾ ਕਰਨ। ਆਹ ਤਾਂ ਜੋ ਕਰ ਰਹੇ ਨੇ ਸਾਡੇ ਪੰਜਾਬ ਦੇ ਪੋਲੀਟੀਸ਼ੀਅਨ, ਜਿੰਨੀ ਕੁ ਅਕਲ ਤੇ ਜਿੰਨੀ ਕੁ ਸਮਝ ਇਹਨਾਂ ਨੂੰ ਹੈ, ਤੁਸੀਂ 2-3 ਲੀਡਰਾਂ ਦੇ ਪੋਲੀਟੀਸ਼ੀਅਨਸ ਦੇ ਨਾਲ ਲਏ, ਸਾਨੂੰ ਪਤਾ ਕਿੰਨੇ ਕੁ ਪਾਣੀ 'ਚ ਨੇ, ਕਿੰਨਾ ਕੁ ਸੋਚਦੇ ਨੇ, ਕੀ ਉਹਨਾਂ ਦੀ ਸੋਚ ਹੈ, ਕਿੱਥੇ ਤੱਕ ਸੋਚ ਸਕਦੇ ਨੇ, ਕਿੰਨੇ ਕੁ ਲੋਕਾਂ ਦੇ ਹਿਤੈਸ਼ੀ ਹੈ। ਇਸ ਚੀਜ਼ ਦਾ ਅੰਦਾਜ਼ਾ ਮੈਨੂੰ ਤਾਂ ਕੋਈ ਗਲਤਫਹਿਮੀ ਨਹੀਂ ਹੈ ਉਹਨਾਂ ਬਾਰੇ। ਸੋ ਉਹਨਾਂ ਦੇ ਠੀਕ ਹੈ ਇਹ ਜਿਹੜੇ ਕੰਸਰਨਸ ਨੇ, ਠੀਕ ਹੈ ਨਾ, ਵੀ ਤੁਸੀਂ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੇ ਉਹਨਾਂ ਦਾ ਦਰਦ ਵੰਡਾ ਰਹੇ ਹੋ, ਉਹ ਠੀਕ ਹੈ, ਤੁਹਾਡੀ ਸਿਆਸੀ ਮਜਬੂਰੀਆਂ ਨੇ। ਇਟਸ ਸਿੰਪਲ ਐਜ਼ ਦੈਟ। ਇਹਨਾਂ ਦਾ ਹੋਰ ਕੋਈ ਮਕਸਦ ਨਹੀਂ, ਇਹ ਤਾਂ ਸਿਰਫ ਪੋਲੀਟੀਸ਼ੀਅਨ ਨੇ। ਇਹਨਾਂ ਨੂੰ ਜੇ ਜ਼ਿਆਦਾ ਚਿੰਤਾ ਹੈ ਤਾਂ ਦੇ ਸ਼ੁੱਡ ਰੇਜ਼ ਦ ਰਾਈਟ ਪੁਆਇੰਟਸ, ਠੀਕ ਹੈ ਨਾ। ਇਹਨਾਂ ਨੂੰ ਜੇ ਬਿਕਰਮ ਮਜੀਠੀਆ ਨੇ ਕਿਹਾ ਇਹ ਗੱਲ ਤਾਂ ਚੰਗੀ ਗੱਲ ਹੈ। ਆਈ ਮੀਨ ਜੇ ਉਹ ਕਹਿ ਰਹੇ ਨੇ ਵੀ ਉਹ ਸਕੀਮ ਨੂੰ ਰੀਵਿਜ਼ਿਟ ਕਰੋ, ਤੇ ਇੱਕ ਘਟਨਾ ਦੀ ਰੌਸ਼ਨੀ ਦੇ ਵਿੱਚ ਜੇ ਗੱਲ ਕੀਤੀ ਤਾਂ ਚੰਗੀ ਗੱਲ ਹੈ। ਲੇਕਿਨ ਇਹ ਜਦੋਂ ਸਕੀਮਾਂ ਲਾਂਚ ਹੋ ਰਹੀਆਂ ਸੀ, ਉਸ ਵਕਤ ਇਹਨਾਂ ਨੇ ਕੀ ਬਿਆਨ ਦਿੱਤੇ ਉਸ ਬਾਰੇ? ਵੀ ਨੀਡ ਟੂ ਸੀ ਦੈਟ ਆਲਸੋ, ਕਿ ਉਸ ਵਕਤ ਇਹਨਾਂ ਦਾ ਕੋਈ ਓਪੀਨੀਅਨ ਸੀ, ਕੋਈ ਸੋਚ ਸੀ। ਇਹਨਾਂ ਨੂੰ ਪਤਾ ਹੈ ਪੰਜਾਬ ਦੇ ਵਿੱਚੋਂ ਇੱਕ ਬੜਾ ਸਬਸਟੈਂਸ਼ੀਅਲ ਨੌਜਵਾਨਾਂ ਦਾ ਹਿੱਸਾ ਫੌਜ ਦੇ ਵਿੱਚ ਜਾਣਾ ਚਾਹੁੰਦਾ ਹੈ, ਭਰਤੀ ਹੋਣਾ ਚਾਹੁੰਦਾ ਹੈ। ਤਾਂ ਜਦੋਂ ਅਗਨੀਪਥ ਜਾਂ ਅਗਨੀਵੀਰ ਸਕੀਮ ਆ ਰਹੀ ਸੀ, ਉਸ ਵਕਤ ਅਕਾਲੀ ਦਲ ਦਾ ਕੀ ਪੋਜੀਸ਼ਨ ਸੀ, ਆਮ ਆਦਮੀ ਪਾਰਟੀ ਕੀ ਕਹਿ ਰਹੀ ਸੀ? ਆ ਜਿਹੜੇ ਲੀਡਰ ਨੇ ਸਾਡੇ ਪੰਜਾਬ ਦੇ, ਜਿਹੜੇ ਬਹੁਤ ਵੱਡੇ ਇਸ਼ੂਜ਼ ਤੇ ਬੋਲਦੇ ਹੀ ਨਹੀਂ ਕੁਝ, ਅੱਜ ਵੀ ਇੰਨੇ ਬਹੁਤ ਵੱਡੇ ਇਸ਼ੂਜ਼ ਨੇ ਜਿਨ੍ਹਾਂ ਦੇ ਕਿ ਮੂੰਹ ਖੋਲਣ ਨੂੰ ਤਿਆਰ ਨਹੀਂ ਹੈਗੇ। ਦੇ ਆਰ ਨਾਟ ਈਵਨ ਰੈਡੀ ਟੂ ਅਟਰ ਅ ਸਿੰਗਲ ਵਰਡ, ਜਦੋਂ ਕਿ ਐਡੇ ਵੱਡੇ ਦੁਨੀਆ ਦੇਸ਼ ਦੇ ਵਿੱਚ ਡਿਬੇਟ ਚੱਲਦੀਆਂ ਪਈਆਂ ਨੇ। ਸੋ ਉਸ ਵਕਤ ਚੁੱਪ ਕਰਦੇ ਨੇ, ਤੇ ਹੁਣ ਜਦੋਂ ਇੱਕ ਫੌਜੀ ਸਿਪਾਹੀ ਦੀ ਮੌਤ ਹੋ ਜਾਂਦੀ ਹੈ, ਉਹਦੇ ਪਿੱਛੇ ਹੁਣ ਮਤਲਬ ਤੁਸੀਂ ਸਕੀਮਾਂ ਰਿਵਿਊ ਕਰ ਲਓ, ਪਹਿਲਾਂ ਬੋਲਣ। ਆਈ ਮੀਨ ਇਹ ਲੋਕ ਇਸ ਕੰਮ ਕਾਜ ਦੇ ਵਿੱਚ ਨੇ। ਦੇ ਸ਼ੁੱਡ ਬੀ ਟਾਕਿੰਗ ਮੋਰ ਔਨ ਦੈਟ, ਐਂਡ ਦੇ ਸ਼ੁੱਡ ਬੀ ਟਾਕਿੰਗ ਅਬਾਊਟ ਇਸ਼ੂਜ਼। ਘਟਨਾਵਾਂ ਦੇ ਉੱਤੇ ਰਾਜਨੀਤੀ ਚਲੋ ਇੱਕ ਵੱਖਰਾ ਇਸ਼ੂ ਹੈ, ਤੁਸੀਂ ਕਨਸੈਪਟ ਨੂੰ ਚੈਲੰਜ ਕਰੋ, ਤੁਸੀਂ ਪਾਲਿਸੀ ਦੇ ਉੱਤੇ ਕੁਐਸਚਨ ਖੜੇ ਕਰੋ, ਇਹੀ ਤੁਹਾਡਾ ਕੰਮ ਹੈ ਐਜ਼ ਪੋਲੀਟੀਸ਼ੀਅਨਸ। ਬਟ ਤੁਸੀਂ ਉਹ ਕਰ ਨਹੀਂ ਪਾ ਰਹੇ ਹੋ। ਤੁਸੀਂ ਅੱਜ ਕੋਈ ਕਰੋੜ ਰੁਪਇਆ ਦੇ ਦਿੱਤਾ, ਇਹ ਤਾਂ ਮੈਂ ਬਈ ਕਹਿ ਰਿਹਾ ਨਾ, ਜਿਸ ਘਟਨਾ ਲਈ ਇੱਕ ਇੰਸ਼ੋਰੈਂਸ ਕੰਪਨੀ ਨਹੀਂ ਤੁਹਾਨੂੰ ਕਲੇਮ ਦੇ ਸਕਦੀ, ਤੁਹਾਡਾ ਬਣਦਾ ਦੇ ਇੰਸ਼ੋਰੈਂਸ ਹੈਗੀ। ਅਗਨੀਪਥ ਤੇ ਅਗਨੀਵੀਰ ਸਕੀਮ ਦੀ ਇੰਸ਼ੋਰੈਂਸ ਹੈ, ਅਲੱਗ-ਅਲੱਗ ਇਹਨਾਂ ਦੀ ਸਲੈਬਸ ਹੈਗੀਆਂ ਨੇ। ਹੁਣ ਮੈਨੂੰ ਲੱਗਦਾ ਕਿਉਂਕਿ ਸੁਸਾਈਡ ਹੈ ਤਾਂ ਇਸ ਵਾਸਤੇ ਇੰਸ਼ੋਰੈਂਸ ਨਹੀਂ ਮਿਲੇਗੀ, ਜੋ ਮੈਂ ਸਮਝਦਾ। ਐਂਡ ਦੈਟ ਇਜ਼ ਦ ਪੋਲਿਸੀ। ਤੇ ਹੁਣ ਤੁਸੀਂ ਸੁਸਾਈਡ ਨੂੰ ਕਿਵੇਂ ਜਸਟੀਫਾਈ ਕਰੋਗੇ? ਜਸਟ ਕਿਉਂਕਿ ਪੰਜਾਬੀ ਹੈ ਤਾਂ ਤੁਸੀਂ ਉਹਨੂੰ ਜਸਟੀਫਾਈ ਕਰੋਗੇ क्या? शायद आर्मी को भी पहले क्लियरली बोल देना चाहिए था कि इतना विवाद फिर होता ही नहीं, पहले बोल देते खुल के कि भाई ये वजह है। इतना कंट्रोवर्सी जनरेट होने के बाद फिर बोलने के सेल्फ इन्फ्लिक्टेड वुंड्स थे, इस वजह से जो है मिलिट्री फ्यूनरल नहीं दिया गया है। पहले ही अगर वो साफ कर देते तो शायद ये विवाद उठता ही नहीं। हाँ, लेकिन आज की इस चर्चा में जुड़ने के लिए तेज जी आपका बहुत बहुत शुक्रिया है। आप सबका भी बहुत बहुत शुक्रिया अपना कीमती वक्त हमें देने के लिए।